Guru, 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਸਤਸੰਗ ਰੂਪ ਦੇ ਵਿੱਚ ਇੱਕ ਪਰਿਵਾਰ ਦੇ ਰੂਪ ਵਿੱਚ ਜੁੜ ਬੈਠੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ। ਜੋ ਗੁਰਬਾਣੀ ਗੁਰੂ ਵਿੱਚ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਭੇਜ ਦਿੱਤਾ ਹੈ ਕਿ ਕਿਵੇਂ ਆਪਾਂ ਅਕਾਲ ਪੁਰਖ ਪਰਮਾਤਮਾ ਨਿਰੰਕਾਰ ਵਾਹਿਗੁਰੂ ਤੋਂ ਵਿਛੜੇ ਹਾਂ ਅਤੇ ਕਿਵੇਂ ਹੁਣ ਆਪਾਂ ਵਾਪਸ ਪਰਮਾਤਮਾ ਨਿਰੰਕਾਰ ਦੇ ਨਾਲ ਮਿਲਾਪ ਕਰਨਾ। ਸਾਰੀ ਗੁਰਬਾਣੀ ਗੁਰੂ 1430 ਅੰਗ ਵਿੱਚ ਇਹ ਆਪਾਂ ਨੂੰ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਕਹਾਣੀ ਦੱਸੀ ਗਈ ਹੈ, ਜਿਸ ਨੂੰ ਗੁਰਬਾਣੀ ਗੁਰੂ ਵਿੱਚ ਅਕਥ ਕਹਾਣੀ, ਅਕਥ ਕਥਾ ਅਤੇ ਪ੍ਰੇਮ ਕਥਾ ਦਾ ਨਾਮ ਦਿੱਤਾ ਗਿਆ ਕਿ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਤੇ ਕਿਵੇਂ ਵਾਪਸ ਸਾਡਾ ਮਿਲਾਪ ਹੋਣਾ ਹੈ। ਮਾਰੇ ਫਰਮਾਉਂਦੇ ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੀ ਆਈ। ਹੁਣ ਇਹ ਸਾਰੀ ਜਿਹੜੀ ਕਹਾਣੀ ਹੈ ਪ੍ਰੇਮ ਦੀ ਕਹਾਣੀ, ਪਰਮਾਤਮਾ ਦੇ ਨਾਲ ਪ੍ਰੀਤ ਦੀ। ਹੁਣ ਸਾਡਾ ਮਨ ਇੱਧਰ ਆ ਕੇ ਇਹ ਜਿਹੜੀ ਪ੍ਰੀਤ ਪਿਆਰ ਮਾਇਆ ਦੇ ਨਾਲ ਪਾ ਲੈਂਦਾ। ਮਾਇਆ ਕੀ ਹੈ? ਦੋ ਪ੍ਰਕਾਰ ਦੀ ਮਾਇਆ ਹੈ। ਇੱਕ ਮਾਇਆ ਹੈ ਦ੍ਰਿਸ਼ਟਮਾਨ, ਜੋ ਆਪਾਂ ਨੂੰ ਨਜ਼ਰ ਆਉਂਦਾ, ਜਿਵੇਂ ਸਰੀਰ ਆਪਣਾ, ਇਹ ਤਨ, ਇਹਨੂੰ ਮਾਇਆ ਕਹਿੰਦੇ। ਮਾਰੇ ਫਰਮਾਉਂਦੇ ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਈ ਭਰਮ ਭੁਲਾਏ। ਤੇ ਦੂਸਰੀ ਮਾਇਆ ਹੈ ਸੂਖਮ, ਉਹਨੇ ਤ੍ਰੈ ਗੁਣ, ਜਿੱਥੇ ਵਿਚਾਰ ਚੱਲਦੇ, ਜਿੱਥੇ ਫੁਰ ਨਹੀਂ ਚੱਲਦੇ।
ਜਿਸ ਵਰਤਾਈ ਮਾਰੇ ਫਰਮਾਉਂਦੇ ਨੇ ਰਜਗੁਣ ਤਮ ਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ। ਹੁਣ ਮਨ ਨੇ ਇੱਧਰ ਆ ਕੇ ਇਹ ਮਾਇਆ ਦੇ ਨਾਲ ਪਿਆਰ ਪਾ ਲਿਆ, ਸਰੀਰਾਂ ਦੇ ਨਾਲ, ਆਕਾਰਾਂ ਦੇ ਨਾਲ, ਤੇ ਜਿਹੜੀ ਇਹ ਸੂਖਮ ਮਾਇਆ ਵਿਚਾਰਾਂ ਦੇ ਨਾਲ ਇਹ ਮਨ ਇੱਧਰ ਵੱਜ ਗਏ ਬੰਧਨਾਂ ਦੇ ਵਿੱਚ। ਹੁਣ ਇਹ ਜਿਹੜਾ ਮਾਇਆ ਦੇ ਨਾਲ ਸਾਡਾ ਪਿਆਰ ਹੈ ਮਨ ਦਾ, ਇਹ ਇੱਕ ਤਰਫਾ ਹੈ। ਇਸ ਮਾਇਆ ਨੂੰ ਗੁਰਬਾਣੀ ਗੁਰੂ ਵਿੱਚ ਅਗਨ ਦਾ ਨਾਮ ਦਿੱਤਾ ਹੈ। ਅਗਨ ਹੈ ਮਾਇਆ। ਜਿਵੇਂ ਸਾਡੇ ਮਨ ਨੂੰ ਇੱਧਰ ਭੇਜਣ ਤੋਂ ਪਹਿਲਾਂ ਮਾਤ ਲੋਕ ਦੇ ਵਿੱਚ ਸਾਡੇ ਮਨ ਨੂੰ ਮਾਤਾ ਦੇ ਗਰਭ ਦੇ ਵਿੱਚ ਅਗਨ ਦੇ ਵਿੱਚ ਰੱਖਿਆ ਜਾਂਦਾ, ਟ੍ਰੇਨਿੰਗ ਦਿੱਤੀ ਜਾਂਦੀ। ਹੁਣ ਜਿੱਦਾਂ ਦੀ ਮਾਤਾ ਦੇ ਗਰਭ ਦੀ ਅਗਨ ਹੈ ਉਦਾਂ ਦੀ ਸੰਸਾਰ ਵਿੱਚ ਬਾਹਰ ਮਾਇਆ ਹੈ ਅਗਨ। ਮਾਰੇ ਫਰਮਾਉਂਦੇ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਹੁਣ ਸਾਡੇ ਮਨ ਨੂੰ ਉਹ ਗਰਭ ਜਿਹੜੀ ਮਾਤਾ ਦੇ ਗਰਭ ਦੇ ਵਿੱਚੋਂ ਅਗਨ ਦੇ ਵਿੱਚੋਂ ਕੱਢ ਕੇ ਇੱਧਰ ਮਾਇਆ ਜਿਹੜੀ ਅਗਨ ਉਹਦੇ ਵਿੱਚ ਪਾ ਦਿੱਤਾ। ਹੁਣ ਮਾਤਾ ਦੇ ਗਰਭ ਦੇ ਵਿੱਚ ਤਾਂ ਅਸੀਂ ਨਾਮ ਦੇ ਨਾਲ ਜੁੜੇ ਹੋਏ ਸੀ, ਤਾਂ ਕਰਕੇ ਸਾਨੂੰ ਉੱਥੇ ਅਗਨ ਲੱਗਦੀ ਨਹੀਂ ਸੀ, ਸਾਨੂੰ ਸੇਕ ਲੱਗਦਾ ਨਹੀਂ ਸੀ, ਕਿਉਂਕਿ ਉੱਥੇ ਅਸੀਂ ਨਾਮ ਦੇ ਨਾਲ ਜੁੜੇ ਹੁੰਦੇ ਹਾਂ। ਸਾਡੇ ਇਰਦ ਗਿਰਦ ਨਾਮ ਦਾ ਰੱਖਿਆ ਚੱਕਰ ਬਣਿਆ ਹੁੰਦਾ ਹੈ। ਮਾਰੇ ਫਰਮਾਉਂਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ। ਵੀ ਮਾਤਾ ਦੇ ਗਰਭ ਦੇ ਵਿੱਚ ਤਾਂ ਮਾਲਕ ਨੇ ਸਾਨੂੰ ਆਪਦੇ ਨਾਮ ਦੇ ਆਸਰੇ ਸਾਨੂੰ ਉੱਥੇ ਬਚਾ ਕੇ ਰੱਖਿਆ। ਹੁਣ ਉੱਥੇ ਸਾਡੇ ਮਨ ਨੂੰ ਸਮਝਾਇਆ ਜਾਂਦਾ, ਟ੍ਰੇਨਿੰਗ ਦਿੱਤੀ ਜਾਂਦੀ। ਥੋੜ੍ਹੀ ਜਿਹੀ ਲੈਵਲ ਨਾਮ ਦੇ ਨਾਲੋਂ ਜਦੋਂ ਤੋੜਦੇ ਉਦੋਂ ਹੀ ਇਹਨੂੰ ਸੇਕ ਲੱਗਦਾ। ਫਿਰ ਇਹਨੂੰ ਸਮਝਾਉਂਦੇ ਵੀ ਜਿੱਦਾਂ ਦੀ ਹੁਣ ਇਹ ਅਗਨ ਹੈ ਇੱਦਾਂ ਦੀ ਸੰਸਾਰ 'ਚ ਬਾਹਰ ਮਾਇਆ ਹੈ। ਜੇ ਤੂੰ ਉੱਥੇ ਜਾ ਕੇ ਨਾਮ ਦੇ ਨਾਲ ਜੁੜਿਆ ਰਹੇਗਾ ਤੇ ਫਿਰ ਤਾਂ ਇਹ ਅਗਨ ਤੈਨੂੰ ਪੋਏਗੀ ਨਹੀਂ, ਤੈਨੂੰ ਸਾੜੇਗੀ ਨਹੀਂ। ਪਰ ਜੇ ਤੂੰ ਉੱਥੇ ਜਾ ਕੇ ਨਾਮ ਦੇ ਨਾਲੋਂ ਟੁੱਟ ਗਿਆ, ਨਾਮ ਨੂੰ ਵਿਸਾਰ ਦਿੱਤਾ, ਫਿਰ ਇਹ ਮਾਇਆ ਤੈਨੂੰ ਸਾੜੇਗੀ, ਤੂੰ ਦੁਖੀ ਹੋ ਜਾਏਂਗਾ। ਹੁਣ ਜਿਉਂ ਹੀ ਅਸੀਂ ਇੱਧਰ ਆਏ ਨਾਮ ਦੇ ਨਾਲੋਂ ਸਾਡੀ ਲਿਵ ਟੁੱਟ ਗਈ ਤੇ ਅਸੀਂ ਇੱਧਰ ਮਾਇਆ ਦੇ ਨਾਲ ਪਿਆਰ ਪਾ ਲਿਆ। ਹੁਣ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਪਰਿਵਾਰ ਹੈ, ਕੁਟੁੰਬ, ਇਹ ਅਗਨ ਹੈ। ਫਿਰ ਅੱਗੇ ਜਿਹੜਾ ਸੰਸਾਰ, ਇਹ ਸੰਸਾਰ ਅਗਨ ਹੈ। ਹੁਣ ਮਨ ਨੇ ਅਗਿਆਨਤਾ ਦੇ ਵਿੱਚ ਇਹ ਅੱਗ ਦੇ ਨਾਲ ਮੋਹ ਪਾ ਲਿਆ, ਇਹਦੇ ਨਾਲ ਪਿਆਰ ਪਾ ਲਿਆ। ਮਾਰੇ ਫਰਮਾਉਂਦੇ ਸੱਚੇ ਪਾਤਸ਼ਾਹ ਅਗਨ ਕੁਟੁੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ। ਹੁਣ ਇਹਨੇ ਭਰਮ 'ਚ ਪੈ ਕੇ ਮਨ ਨੇ ਜਿਉਂ ਹੀ ਇਹ ਅਗਨ ਦੇ ਨਾਲ ਪਿਆਰ ਪਾਇਆ, ਇਹ ਅਗਨ ਹੁਣ ਸਾਡੇ ਮਨ ਨੂੰ ਸਾੜਦੀ। ਹੁਣ ਇਹ ਜਿਹੜਾ ਪਿਆਰ ਹੈ ਸਾਡੇ ਮਨ ਦਾ, ਇਹ ਮਾਇਆ ਦੇ ਨਾਲ, ਅਗਨ ਦੇ ਨਾਲ, ਇਹ ਇੱਕ ਤਰਫਾ ਹੈ। ਤੇ ਜਿਹੜਾ ਇੱਕ ਤਰਫਾ ਪਿਆਰ ਹੁੰਦਾ ਉਹਦੇ ਵਿੱਚ ਦੁੱਖ ਹੁੰਦਾ, ਉਹ ਦੁੱਖਦਾਈ ਹੁੰਦਾ। ਜਿਵੇਂ ਆਪਾਂ ਨੂੰ ਫਿਰ ਉਦਾਹਰਨਾਂ ਦਿੱਤੀਆਂ ਸਮਝਾਉਂਦੇ ਵੀ ਜਿਵੇਂ ਪਤੰਗਾ ਹੈ, ਉਹ ਲਾਈਟ ਨਾਲ ਪਿਆਰ ਕਰਦਾ, ਦੀਵੇ ਨਾਲ। ਹੁਣ ਦੀਵੇ ਦਾ ਉਹਦੇ ਨਾਲ ਪਿਆਰ ਨਹੀਂ, ਲਾਈਟ ਦਾ ਉਹਨੂੰ ਅੱਗ ਸਾੜਦੀ ਹੈ, ਉਹ ਫਿਰ ਉਹਦੇ 'ਤੇ ਜਾਂਦਾ ਤੇ ਉਹਨੂੰ ਸਾੜਦੀ। ਹੁਣ ਇਸੇ ਤਰ੍ਹਾਂ ਹੀ ਸਾਡੇ ਮਨ ਦਾ ਪਿਆਰ ਇਹ ਮਾਇਆ ਦੇ ਨਾਲ ਹੈ। ਜਿੰਨਾ ਇਹ ਮਾਇਆ ਦੇ ਨਾਲ ਜ਼ਿਆਦਾ ਮੋਹ ਕਰਦਾ, ਜ਼ਿਆਦਾ ਪਿਆਰ ਕਰਦਾ, ਓਨੀ ਹੀ ਇਹ ਮਾਇਆ ਇਹਨੂੰ ਸਾੜਦੀ। ਜਿਵੇਂ ਮੱਛੀ ਹੈ, ਉਹਦਾ ਪਿਆਰ ਹੈ ਪਾਣੀ ਦੇ ਨਾਲ, ਇੱਕ ਤਰਫਾ ਹੈ।
ਉਹ ਪਾਣੀ ਤੋਂ ਬਿਨਾਂ ਦਮ ਤੋੜ ਦਿੰਦੀ ਹੈ, ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਪਾਣੀ ਨੂੰ। ਇਸੇ ਤਰ੍ਹਾਂ ਹੀ ਸਾਡੇ ਮਨ ਦਾ ਇਹ ਪਿਆਰ ਮਾਇਆ ਦੇ ਨਾਲ, ਇਹ ਅਗਨ ਦੇ ਨਾਲ, ਇਹ ਇੱਕ ਤਰਫਾ ਹੈ। ਜਿੰਨਾ ਅਸੀਂ ਇਹਨੂੰ ਵੱਧ ਪਿਆਰ ਕਰਦੇ ਹਾਂ, ਓਨਾ ਹੀ ਇਹ ਸਾਨੂੰ ਜ਼ਿਆਦਾ ਛੱਡਦੀ। ਹੁਣ ਇਹ ਤਾਂ ਹੈ ਮਾਇਆ ਦੀ ਪ੍ਰੀਤ ਜਿਹੜੀ ਝੂਠੀ ਹੈ। ਇਸ ਪਿਆਰ ਨੂੰ ਗੁਰਬਾਣੀ ਗੁਰੂ ਵਿੱਚ ਝੂਠਾ ਆਖਿਆ। ਇਸੇ ਸੰਸਾਰ ਦੇ ਵਿੱਚ ਜੀਵ ਮਾਇਆ ਕਰਕੇ ਹੀ ਝੂਠੇ ਬੰਧਨਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਬੱਝੇ ਹੋਏ ਨੇ। ਆਤਮਿਕ ਤੌਰ 'ਤੇ ਪ੍ਰੇਮ ਨਹੀਂ ਹੈ, ਅੰਦਰੋਂ ਨਹੀਂ ਹੈ ਮਨ ਦਾ। ਇਸ ਲਈ ਮਹਾਰਾਜ ਫਰਮਾਉਂਦੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਇਸੇ ਜੀਵ ਆਪੋ ਆਪਣੇ ਸੁੱਖਾਂ ਕਰਕੇ, ਸਵਾਰਥ ਕਰਕੇ ਇੱਕ ਦੂਸਰੇ ਦੇ ਨਾਲ ਹੀ ਬੱਝੇ ਹੋਏ ਨੇ ਬੰਧਨਾਂ ਦੇ ਵਿੱਚ। ਜਦ ਤੱਕ ਦਾ ਸਵਾਰਥ ਹੈ ਓਨਾ ਸਮਾਂ ਪਿਆਰ ਹੈ। ਜਦੋਂ ਸਵਾਰਥ ਨਹੀਂ ਪੂਰਾ ਹੁੰਦਾ, ਦੇਖਦੇ ਵੀ ਸਾਨੂੰ ਕੋਈ ਨਹੀਂ ਇਹ ਤੋਂ ਲਾਹਾ ਹੋਣਾ, ਨਹੀਂ ਫਾਇਦਾ ਹੋਣਾ, ਫਿਰ ਉਹਦੇ ਹੀ ਉਲਟ ਹੋ ਜਾਂਦੇ, ਉਹਦੇ ਖਿਲਾਫ ਹੋ ਜਾਂਦੇ, ਉਹਨੂੰ ਹੀ ਫਿੱਕਾ ਬੋਲਣਾ, ਉਹਨੂੰ ਹੀ ਮਾੜਾ ਬੋਲਣਾ ਸ਼ੁਰੂ ਕਰ ਦਿੰਦੇ, ਉਹਦੀ ਨਿੰਦਿਆ ਸ਼ੁਰੂ ਕਰ ਦਿੰਦੇ। ਇਸ ਲਈ ਇਹ ਜਿਹੜਾ ਪਿਆਰ ਮਨਮੁੱਖਾਂ ਦਾ, ਇਹ ਮਨਮੁੱਖਾਂ ਦੀ ਦੋਸਤੀ, ਮਨਮੁੱਖਾਂ ਦਾ ਪਿਆਰ, ਸਤਿਗੁਰੂ ਕਹਿੰਦੇ ਵੀ ਕਦੋਂ ਤੱਕ ਨਿਭਦਾ, ਜਦ ਤੱਕ ਵਿੱਚ ਸਵਾਰਥ ਹੈ ਮਾਇਆ ਦਾ। ਰਮਾਉਂਦੇ ਮਨਮੁੱਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ, ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਦ। ਜਿਚਰ ਬੈਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋ ਗਈ ਤਿਤ ਦਿਨ ਬੋਲਣ ਗੰਧ। ਬਈ ਜਦ ਤੱਕ ਦਾ ਸਵਾਰਥ ਹੈ ਓਨਾ ਸਮਾਂ ਹੀ ਪਿਆਰ ਹੈ। ਚਾਹੇ ਉਹ ਪਿਓ ਪੁੱਤ ਹੋਣ, ਚਾਹੇ ਉਹ ਭਰਾ ਭਰਾ ਹੋਣ, ਚਾਹੇ ਉਹ ਰਿਸ਼ਤੇਦਾਰ ਹੋਰ ਦੋਸਤ ਮਿੱਤਰ ਹੋਣ, ਚਾਹੇ ਉਹ ਪਤੀ ਪਤਨੀ ਹੋਣ। ਇਹ ਸੰਸਾਰ ਦਾ ਜਿਹੜਾ ਮਹਾਰਾਜ ਕਹਿੰਦੇ ਵੀ ਇਹ ਸਵਾਰਥ ਹੈ। ਵੀ ਇਸੇ ਜੀਵ ਆਪੋ ਆਪਣੇ ਸੁੱਖਾਂ ਕਰਕੇ ਹੀ ਇੱਕ ਦੂਸਰੇ ਦੇ ਨਾਲ ਬੱਝੇ ਹੋਏ ਝੂਠੀ ਮਾਇਆ ਦੇ ਨਾਲ। ਤੇ ਇਸ ਕਰਕੇ ਸਤਿਗੁਰੂ ਕਹਿੰਦੇ ਵੀ ਅਸੀਂ ਕੋਈ ਐਸਾ ਸੰਸਾਰ 'ਚ ਮਿੱਤਰ ਦੇਖਿਆ ਨਹੀਂ ਹੈ ਵੀ ਜਿਹੜਾ ਸਾਡੇ ਨਾਲ ਤੋੜ ਨਿਭਾਵੇ, ਜਿਹੜਾ ਔਖੇ ਵੇਲੇ ਸਾਡਾ ਸਾਥ ਦੇਵੇ, ਜਿਹੜਾ ਅੱਗੇ ਸਾਡਾ ਸਾਥ ਦੇਵੇ ਨਾਲ। ਇਸ ਲਈ ਸੱਚੇ ਪਾਤਸ਼ਾਹ ਫਰਮਾਉਂਦੇ, ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੇ ਸੰਗ ਨਾ ਹੋਈ। ਦਾਰਾ ਮੀਤ ਪੂਤ ਸੰਬੰਧੀ, ਸਗਰੇ ਧਨ ਸਿਉ ਲਾਗੀ, ਜਬ ਹੀ ਨਿਰਧਨ ਦੇਖਿਓ ਨਰਕੋ, ਸੰਗ ਛਾੜ ਸਭ ਭਾਗੀ। ਬਈ ਜਦੋਂ ਨਿਰਧਨ ਹੁੰਦਾ, ਵੀ ਜਦੋਂ ਸਾਡਾ ਸਮਾਂ ਖਤਮ ਹੋ ਗਿਆ, ਹਜੇ ਤਾਂ ਸਾਡੇ ਸੁਵਾਸ ਹੈਗੇ ਚੱਲਦੇ, ਜਦੋਂ ਸਾਡਾ ਸੁਵਾਸ ਖਤਮ ਹੋ ਗਿਆ, ਦਿੱਤਾ ਹੋਇਆ ਸਮਾਂ ਖਤਮ ਹੋ ਗਿਆ, ਸਾਰੇ ਹੀ ਸਾਲ ਛੱਡ ਕੇ ਪਾਸੇ ਹਟ ਜਾਂਦੇ। ਉਦੋਂ ਆਪਣੇ 'ਤੇ ਔਖੀ ਘੜੀ ਆਉਂਦੀ, ਉਦੋਂ ਮੁਸੀਬਤ ਪੈਂਦੀ, ਉਦੋਂ ਪਤਾ ਲੱਗਦਾ ਵੀ ਔਖੀ ਘੜੀ ਵਿੱਚ ਹੁਣ ਸਾਡਾ ਸਾਥ ਕੌਣ ਦਿੰਦਾ। ਉੱਥੇ ਕੋਈ ਨਹੀਂ ਸਾਥ ਦਿੰਦਾ ਪਰਮਾਤਮਾ ਤੋਂ ਬਿਨਾਂ, ਨਾਮ ਤੋਂ ਬਿਨਾਂ। ਇਸ ਵਾਸਤੇ ਫਿਰ ਸਤਿਗੁਰਾਂ ਨੇ ਦੱਸਿਆ ਵੀ ਇਹ ਜਿਹੜਾ ਸੰਸਾਰ ਦਾ ਪਿਆਰ, ਇਹ ਜਿਹੜਾ ਮਾਇਆ ਦੇ ਨਾਲ ਸਾਡੀ ਪ੍ਰੀਤ, ਸਾਡਾ ਪਿਆਰ, ਇਹ ਝੂਠਾ ਹੈ। ਤੇ ਆਪਾਂ ਨੂੰ ਹੁਣ ਸਮਝਾਉਂਦੇ ਵੀ ਪਿਆਰ ਕਰਨਾ ਹੈ ਤੇ ਪਰਮਾਤਮਾ ਦੇ ਨਾਲ ਕਰੋ, ਵਾਹਿਗੁਰੂ ਦੇ ਨਾਲ ਕਰੋ। ਵੀ ਜਿਹਨੇ ਸਾਨੂੰ ਪੈਦਾ ਕੀਤਾ, ਸਾਡਾ ਮਾਤਾ ਪਿਤਾ ਹੈ, ਜਿਹਨੇ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਣਾ, ਔਖੀ ਘੜੀ ਜਦੋਂ ਆਈ ਉਹਨੇ ਸਾਡਾ ਸਾਥ ਦੇਣਾ, ਇੱਥੇ ਵੀ ਸਾਡੇ ਨਾਲ, ਤੇ ਜਦੋਂ ਅਸੀਂ ਦੇਹ ਛੱਡਣੀ ਉੱਥੇ ਵੀ ਸਾਡੇ ਨਾਲ ਹੈ। ਉਹ ਸਾਨੂੰ ਕਦੇ ਇਕੱਲਿਆਂ ਛੱਡਦਾ ਨਹੀਂ।
ਇਸ ਵਾਸਤੇ ਜਦੋਂ ਫਿਰ ਆਪਾਂ ਇਹ ਮਾਰਗ 'ਤੇ ਚੱਲਦੇ ਹਾਂ, ਗੁਰਬਾਣੀ ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਤੇ, ਜਿਹਨੂੰ ਲਿਵ ਦਾ ਮਾਰਗ ਕਹਿੰਦੇ, ਪ੍ਰੇਮ ਦਾ ਮਾਰਗ, ਇਸ ਮਾਰਗ ਦੇ ਉੱਤੇ ਚੱਲਦੇ ਹੋਏ ਆਪਣਾ ਜਿਹੜਾ ਅਸਲ ਸੱਜਣ ਹੁੰਦਾ, ਮਿੱਤਰ, ਉਹ ਨਾਮ ਹੁੰਦਾ ਸ਼ਬਦ ਗੁਰੂ। ਉਹਨੇ ਸਾਡੇ ਨਾਲ ਚੱਲਣਾ, ਉਹਨੇ ਇੱਥੇ ਵੀ ਸਾਨੂੰ ਸੁੱਖ ਦੇਣਾ, ਅਤੇ ਜਿੱਥੇ ਸਾਡੇ ਮਨ ਤੋਂ ਲੇਖਾ ਲਿਆ ਜਾਣਾ, ਜਦੋਂ ਔਖੀ ਘੜੀ ਆਉਣੀ, ਉਹਨੇ ਉੱਥੇ ਵੀ ਸਾਡਾ ਸਾਥ ਦੇਣਾ। ਉਹਨੂੰ ਫਿਰ ਗੁਰਬਾਣੀ 'ਚ ਆਖਿਆ, ਸ਼ਬਦ ਗੁਰੂ ਨੂੰ, ਨਾਮ ਨੂੰ, ਵੀ ਇਹ ਸਾਡਾ ਸੱਜਣ। ਮਾਰੇ ਫਰਮਾਉਂਦੇ ਸੱਜਣ ਸਈ ਨਾਲ ਮੈਂ, ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਵੀ ਅਸਲ ਸਾਡਾ ਸੱਜਣ ਉਹ ਹੈ ਜਿਹੜਾ ਸਾਡੇ ਨਾਲ ਚੱਲਦਿਆਂ ਤੋਂ ਚੱਲਦਾ ਹੈ। ਜਿਹਨੇ ਸਾਡਾ ਸਾਥ ਹੀ ਛੱਡ ਜਾਣਾ, ਉਹ ਸਾਡਾ ਕਾਹਦਾ ਸੱਜਣ। ਜਿਵੇਂ ਆਪਾਂ ਸੰਸਾਰ ਦੇ ਵਿੱਚ ਕਹਿੰਦੇ ਹਾਂ ਵੀ ਜਦੋਂ ਸਾਡੇ 'ਤੇ ਕੋਈ ਔਖੀ ਘੜੀ ਆਉਂਦੀ, ਮੁਸੀਬਤ ਆਉਂਦੀ, ਵੀ ਜਿਹਨੇ ਸਾਡਾ ਸਾਥ ਹੀ ਨਹੀਂ ਦੇਣਾ, ਉਹ ਸਾਡਾ ਕਾਹਦਾ ਸੱਜਣ ਹੋਇਆ, ਉਹ ਸਾਡਾ ਕਾਹਦਾ ਰਿਸ਼ਤੇਦਾਰ ਹੋਇਆ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਦੋਂ ਸਾਡੇ ਮਨ ਦੇ ਉੱਤੇ ਮੁਸੀਬਤ ਪੈਂਦੀ, ਜਦੋਂ ਔਖੀ ਘੜੀ ਆਉਂਦੀ, ਅਤੇ ਉਦੋਂ ਸਾਡਾ ਸਾਥ ਸਿਰਫ ਉਹ ਸ਼ਬਦ ਗੁਰੂ ਨੇ ਦੇਣਾ, ਨਾਮ ਨੇ, ਮਾਲਕ ਨੇ, ਵਾਹਿਗੁਰੂ ਨੇ। ਅਤੇ ਉਹਨੇ ਸਾਡਾ ਸਾਥ ਹੁਣ ਤਾਂ ਦੇਗਾ ਜੇ ਅਸੀਂ ਉਹਦੇ ਨਾਲ ਜੁੜੇ ਹੋਵਾਂਗੇ। ਜੇ ਅਸੀਂ ਹੁਣ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਮਾਲਕ ਦੇ ਨਾਲ ਪ੍ਰੀਤ ਨਾ ਪਾਈ, ਨਾਮ ਦੇ ਨਾਲ ਅਸੀਂ ਪ੍ਰੀਤ ਨਾ ਪਾਈ, ਅਤੇ ਅਸੀਂ ਪ੍ਰੀਤ ਪਾਈ ਰੱਖੀ ਇੱਧਰ ਮਾਇਆ ਦੇ ਨਾਲ, ਅਤੇ ਮਾਇਆ ਝੂਠੀ, ਇਹਨੇ ਇੱਥੇ ਹੀ ਰਹਿ ਜਾਣਾ। ਇਹ ਸਰੀਰ ਵੀ ਇੱਥੇ ਰਹਿ ਜਾਂਦਾ ਹੈ, ਅਤੇ ਸਰੀਰ ਦੇ ਨਾਲ ਜਿਹੜਾ ਇੱਧਰ ਸਾਰਾ ਕੁਛ ਜੁੜਿਆ ਹੋਇਆ ਉਹ ਵੀ ਇੱਥੇ ਹੀ ਰਹਿ ਜਾਂਦਾ। ਇਹ ਘਰ-ਬਾਰ, ਸਾਕ ਸੰਬੰਧੀ, ਇਹ ਸਭ ਇਹ ਸਰੀਰ ਨਾਲ ਹੀ ਜੁੜੇ ਹੋਏ। ਜਦੋਂ ਇਹ ਸਰੀਰ ਇੱਥੇ ਹੀ ਰਹਿ ਗਿਆ ਅਤੇ ਅੱਗੇ ਮਨ ਨੇ ਜਾਣਾ, ਸਾਡੀ ਸੁਰਤੀ ਨੇ ਜਾਣਾ, ਉਹ ਤੋਂ ਹਿਸਾਬ ਲਿਆ ਜਾਣਾ। ਇਸ ਵਾਸਤੇ ਫਿਰ ਮਨ ਦਾ ਇਸ ਸੰਸਾਰ ਦੇ ਵਿੱਚ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਸੰਗੀ ਸਾਥੀ ਨਹੀਂ ਹੈ। ਨਾ ਮਨ ਦਾ ਕੋਈ ਮਾਂ ਪਿਓ, ਨਾ ਇਹਦਾ ਕੋਈ ਭੈਣ ਭਰਾ, ਨਾ ਇਹਦਾ ਕੋਈ ਸਾਕ ਸੰਬੰਧੀ। ਇਕੱਲੇ ਆਪਾਂ ਆਏ ਹਾਂ ਅਤੇ ਇਕੱਲਿਆਂ ਨੇ ਇੱਥੋਂ ਵਾਪਸ ਜਾਣਾ। ਅਤੇ ਮਨ ਨੂੰ ਸਮਝਾਉਂਦੇ ਵੀ ਤੂੰ ਇਹ ਸ਼ਬਦ ਦੀ ਵਿਚਾਰ ਕਰਕੇ ਦੇਖ ਵੀ ਤੇਰਾ ਹੈ ਕੌਣ ਹੈ ਅਸਲ ਸਾਥੀ। ਸਤਿਗੁਰੂ ਫਰਮਾਉਂਦੇ ਹੈ, ਮਨ ਤੇਰਾ ਕੋ ਨਹੀਂ, ਕਰ ਵੇਖ ਸ਼ਬਦ ਵਿਚਾਰ। ਹੁਣ ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ ਅਤੇ ਸਾਨੂੰ ਪਤਾ ਲੱਗਦਾ ਵੀ ਸਾਡਾ ਕੋਈ ਹੈ ਨਹੀਂ ਹੈ ਇਸ ਸੰਸਾਰ ਦੇ ਵਿੱਚ, ਵੀ ਇਹ ਤਾਂ ਸਿਰਫ ਅਸੀਂ ਇਹ ਸਰੀਰਾਂ ਨੂੰ ਦੇਖ ਕੇ ਕਹਿੰਦੇ ਹਾਂ ਵੀ ਸਾਡੇ ਨੇ। ਹੁਣ ਇਹ ਜਿਹੜਾ ਸਰੀਰ ਹੈ, ਇਹ ਸਰੀਰ ਇੱਥੇ ਹੀ ਰਹਿ ਜਾਂਦਾ, ਸਰੀਰ ਨਾਲ ਜਾਂਦਾ ਨਹੀਂ। ਅਤੇ ਆਪਾਂ ਸਰੀਰ ਨੂੰ ਹੀ ਦੇਖ ਕੇ ਕਹਿੰਦੇ ਹਾਂ ਵੀ ਆਹ ਸਾਡਾ ਮਾਂ ਪਿਓ ਹੈ, ਆਹ ਸਾਡੇ ਭੈਣ ਭਰਾ ਨੇ, ਆਹ ਸਾਡੇ ਧੀਆਂ ਪੁੱਤਰ ਨੇ, ਕਿਉਂਕਿ ਜਿਹੜਾ ਇਹਦੇ ਅੰਦਰ ਵੱਸਦਾ ਉਹਦੀ ਸਾਨੂੰ ਪਹਿਚਾਣ ਨਹੀਂ। ਹੁਣ ਇਹ ਜਿਹੜਾ ਸਰੀਰ ਜਦੋਂ ਇੱਥੇ ਹੀ ਰਹਿ ਜਾਂਦਾ, ਜਦੋਂ ਦੇਹ ਛੱਡ ਜਾਂਦਾ ਜੀ, ਅਤੇ ਫਿਰ ਜੀ ਵਿਰਾਗ ਕਰਦੇ। ਜਦੋਂ ਦੇਹ ਛੱਡ ਜਾਂਦੇ ਅਤੇ ਜਦੋਂ ਵਿਰਾਗ ਕਰਦੇ, ਅਤੇ ਫਿਰ ਸਤਿਗੁਰੂ ਪੁੱਛਦੇ ਵੀ ਹੁਣ ਕਿਉਂ ਰੋਂਦੇ ਹੋ, ਵੀ ਜਿਹੜੇ ਸਰੀਰ ਨੂੰ ਤੁਸੀਂ ਪਿਆਰ ਕਰਦੇ ਸੀ ਵੀ ਉਹ ਤਾਂ ਤੁਹਾਡੇ ਕੋਲ ਹੀ ਪਿਆ। ਫਿਰ ਉਦੋਂ ਜੀਵ ਕਹਿੰਦੇ ਵੀ ਰੋਂਦੇ ਤਾਂ ਨੇ ਵੀ ਜਿਹੜਾ ਇਹਦੇ ਅੰਦਰ ਵੱਸਦਾ ਸੀ ਉਹ ਚਲਾ ਗਿਆ, ਉਹਨੇ ਵਾਪਸ ਨਹੀਂ ਆਉਣਾ ਇਹਦੇ ਵਿੱਚ, ਤਾਂ ਰੋਂਦੇ ਨੇ। ਅਤੇ ਸਤਿਗੁਰੂ ਕਹਿੰਦੇ ਵੀ ਜਿੰਨਾ ਸਮਾਂ ਤੁਹਾਡੇ ਕੋਲ ਰਿਹਾ ਓਨਾ ਸਮਾਂ ਤਾਂ ਤੁਸੀਂ ਉਹਦੀ ਪਹਿਚਾਣ ਨਹੀਂ ਕੀਤੀ, ਜਿਹੜਾ ਅੰਦਰ ਵੱਸਦਾ ਸੀ ਇਹਦੇ। ਵੀ ਓਨਾ ਸਮਾਂ ਤਾਂ ਤੁਸੀਂ ਇਹ ਭੇਤ ਨਹੀਂ ਲਿਆ ਵੀ ਇਹਦੇ ਅੰਦਰ ਕੌਣ ਬੋਲ ਰਿਹਾ, ਕੌਣ ਦੇਖ ਰਿਹਾ, ਕੌਣ ਸੁਣਦਾ ਹੈ। ਵੀ ਤੁਸੀਂ ਉਦੋਂ ਤਾਂ ਪਹਿਚਾਣ ਨਹੀਂ ਕੀਤੀ ਜਦੋਂ ਤੁਹਾਡੇ ਕੋਲ ਸਮਾਂ ਸੀ।
ਤੇ ਬਾਅਦ ਦੇ ਵਿੱਚ ਫਿਰ ਪਛਤਾਵਾ ਹੀ ਰਹਿ ਜਾਂਦਾ, ਫਿਰ ਪਤਾ ਨਹੀਂ ਵੀ ਕਿੱਥੇ ਚਲਾ ਗਿਆ। ਤੇ ਜਿਹੜੇ ਸਰੀਰ ਨੂੰ ਅਸੀਂ ਪਿਆਰ ਕਰਦੇ ਸੀ, ਅਸੀਂ ਉਹਨੂੰ ਵੀ ਨਹੀਂ ਘਰੇ ਰੱਖਦੇ, ਉਹਨੂੰ ਅਸੀਂ ਆਪਦੇ ਹੱਥੀਂ ਸੰਸਕਾਰ ਕਰ ਦਿੰਦੇ। ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਬਈ ਸਾਡਾ ਜਿਹੜਾ ਇਹ ਸਰੀਰ ਹੈ ਇਹਨੇ ਵੀ ਸਾਡਾ ਸਾਥ ਨਹੀਂ ਦੇਣਾ, ਇਹਨੇ ਵੀ ਇੱਥੇ ਹੀ ਰਹਿ ਜਾਣਾ, ਤੇ ਹੋਰ ਤਾਂ ਸਾਡਾ ਸਾਥ ਦੇਣਾ ਕਿਹਨੇ। ਤਾਂ ਫਿਰ ਮਨ ਨੂੰ ਸਤਿਗੁਰੂ ਸਮਝਾਉਂਦੇ ਵੀ ਅਗਿਆਨਤਾ ਦੇ ਵਿੱਚ, ਮਾਇਆ ਦੇ ਵਿੱਚ ਤੂੰ ਸੁੱਤਾ ਨਾ ਰਹਿ, ਤੂੰ ਜਾਗ, ਤੇ ਜਾ ਕੇ ਤੂੰ ਪਹਿਚਾਣ ਕਰ ਆਪਣੇ ਆਪੇ ਦੀ ਵੀ ਤੂੰ ਹੈ ਕੌਣ ਹੈ। ਸਤਿਗੁਰੂ ਫਰਮਾਉਂਦੇ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਬਈ ਜਿਹੜਾ ਇਹ ਤੈਨੂੰ ਸਰੀਰ ਮਿਲਿਆ ਤਨ, ਇਹਨੇ ਵੀ ਤੇਰਾ ਸਾਥ ਨਹੀਂ ਦੇਣਾ, ਇਹ ਵੀ ਇੱਥੇ ਹੀ ਰਹਿ ਜਾਣਾ, ਤੇ ਹੋਰ ਤਾਂ ਨਾਲ ਸਾਥ ਦੇਣਾ ਕੀ ਨਹੀਂ। ਜਦੋਂ ਸਭ ਤੋਂ ਨੇੜੇ ਤਾਂ ਆਪਣਾ ਸਰੀਰ ਹੀ ਹੈ, ਇਹ ਆਪਾਂ ਕਹਿੰਦੇ ਹਾਂ ਵੀ ਮੇਰਾ ਹੈ, ਤੇ ਇਹਨੇ ਵੀ ਇੱਥੇ ਹੀ ਰਹਿ ਜਾਣਾ, ਤੇ ਹੋਰ ਤਾਂ ਜਾਣਾ ਕਿਹਨੇ। ਤੇ ਇਸ ਲਈ ਮਨ ਨੂੰ ਕਹਿੰਦੇ ਵੀ ਤੂੰ ਪਹਿਚਾਣ ਕਰ ਆਪਣੇ ਆਪੇ ਦੀ, ਵੀ ਤੂੰ ਸੁੱਤਾ ਨਾ ਰਹਿ, ਜਾਗ। ਹੁਣ ਸਾਡਾ ਮਨ ਹੈ ਜਿਹੜਾ ਇਹ ਸੁੱਤਾ ਕਿਵੇਂ ਹੈ, ਉਹਦਾ ਮਨ ਆਪਣਾ ਸੌਣ ਵਾਲੀ ਕੋਈ ਚੀਜ਼ ਨਹੀਂ ਹੈ, ਇਹ ਜੋਤ ਸਰੂਪ ਪ੍ਰਕਾਸ਼ ਰੂਪ ਹੈ। ਸੁੱਤਾ ਇਹਨੂੰ ਗੁਰਮਤਿ ਦੇ ਵਿੱਚ ਗੁਰਬਾਣੀ 'ਚ ਉਦੋਂ ਕਹਿੰਦੇ ਜਦੋਂ ਇਹ ਵਿਚਾਰਾਂ ਦੇ ਵਿੱਚ ਚਲਾ ਜਾਂਦਾ, ਫੁਰਨਿਆਂ ਦੇ ਵਿੱਚ, ਉਦੋਂ ਕਹਿੰਦੇ ਵੀ ਇਹ ਭਰਮ ਦੇ ਵਿੱਚ, ਵਿਚਾਰਾਂ ਦੇ ਵਿੱਚ ਜਾ ਕੇ ਸੌਂ ਗਿਆ। ਤੇ ਹੁਣ ਇਹ ਮਨ ਹੈ ਜਿਹੜਾ ਇਸ ਤਰ੍ਹਾਂ ਵਿਚਾਰਾਂ ਦੇ ਵਿੱਚ ਸੁੱਤਾ ਹੋਇਆ, ਜਿਹੜੇ ਸਾਡੇ ਅੰਦਰ ਫੁਰਨੇ ਚੱਲਦੇ, ਵਿਚਾਰ ਚੱਲਦੇ, ਇਹਨਾਂ ਵਿਚਾਰਾਂ 'ਚ ਸੁੱਤਾ। ਮਾਰੇ ਫਰਮਾਉਂਦੇ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਨ, ਕਿ ਇਹਨਾਂ ਤਰ੍ਹਾਂ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ, ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਮਨ ਸੁੱਤਾ ਹੋਇਆ। ਜਦੋਂ ਅਸੀਂ ਹੁਣ ਇਹ ਵਿਚਾਰਾਂ ਤੋਂ, ਫੁਰਨਿਆਂ ਤੋਂ ਮਨ ਨੂੰ ਰਹਿਤ ਕਰ ਲਾਂਗੇ ਤੇ ਜਾਗ ਪੈਂਦਾ, ਫਿਰ ਜਾਗਤ ਅਵਸਥਾ 'ਚ ਆ ਜਾਂਦਾ। ਜਦ ਤੱਕ ਇਹ ਵਿਚਾਰ ਚੱਲਦੇ, ਇਹ ਵਿਚਾਰਾਂ ਦੇ ਵਿੱਚ ਸੁੱਤਾ ਹੋਇਆ, ਭਰਮ ਦੇ ਵਿੱਚ। ਤੇ ਜਦੋਂ ਇਹ ਸੁੱਤਾ ਹੋਇਆ, ਸੁੱਤੇ ਨੂੰ ਹੁਣ ਇਹਨੂੰ ਆਪਦੇ ਆਪੇ ਦੀ ਸੋਝੀ ਨਹੀਂ ਹੈ, ਇਹਨੂੰ ਸੁੱਤੇ ਨੂੰ ਸਾਰਾ ਕੁਝ ਭੁੱਲ ਜਾਂਦਾ। ਜਿਵੇਂ ਆਪਾਂ ਰਾਤ ਨੂੰ ਸੌਂ ਜਾਂਦੇ, ਸੁੱਤਿਆਂ ਨੂੰ ਆਪਾਂ ਨੂੰ ਇਹ ਸੰਸਾਰ ਦਾ ਸਾਰਾ ਗਿਆਨ ਭੁੱਲ ਜਾਂਦਾ, ਵੀ ਆਪਣਾ ਕੀ ਨਾਂ ਹੈ, ਕਿਹੜਾ ਸਾਡਾ ਪਰਿਵਾਰ ਹੈ, ਸਾਡੇ ਮਾਂ ਪਿਓ ਕੌਣ ਨੇ, ਸਾਰਾ ਕੁਝ ਆਪਾਂ ਨੂੰ ਕੀ ਪੜ੍ਹਿਆ, ਸਾਰਾ ਕੁਝ ਹੀ ਭੁੱਲ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਸਾਡਾ ਮਨ ਇੱਧਰ ਆ ਕੇ ਸੌਂ ਜਾਂਦਾ, ਇਹਨੂੰ ਆਪਦਾ ਪਿਛੋਕੜ ਸਾਰਾ ਭੁੱਲ ਜਾਂਦਾ, ਵੀ ਮੇਰਾ ਮਾਤਾ ਪਿਤਾ ਕੌਣ ਹੈ, ਮੇਰਾ ਦੇਸ਼ ਕਿਹੜਾ ਹੈ, ਮੇਰਾ ਘਰ ਕਿਹੜਾ ਹੈ, ਇਹ ਸਾਰਾ ਕੁਝ ਭੁੱਲ ਜਾਂਦਾ ਹੈ। ਹੁਣ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਇਹਦੀ ਸਤ ਸੰਗਤ ਹੈ। ਜਦੋਂ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਗੁਰਬਾਣੀ ਗੁਰੂ ਪਾਸ ਆਉਂਦੇ ਹਾਂ, ਸਤਿਗੁਰੂ ਆਪਾਂ ਨੂੰ ਸਮਝਾਉਂਦੇ ਵੀ ਦੋ ਤਰੀਕੇ ਨੇ ਮਨ ਨੂੰ ਜਗਾਉਣ ਦੀ। ਇੱਕ ਤਾਂ ਜਿਹੜਾ ਇਹ ਆਪਾਂ ਸਿਮਰਨ ਕਰਦੇ ਅਭਿਆਸ, ਤੇ ਨਾਲ ਨਾਲ ਗੁਰੂ ਦੀ ਮੱਤ, ਗਿਆਨ। ਇਹ ਫਿਰ ਸਾਡਾ ਮਨ ਜਦੋਂ ਅਸੀਂ ਨਾਲ ਨਾਲ ਸਿਮਰਨ ਤੇ ਨਾਲ ਨਾਲ ਗੁਰੂ ਦੀ ਮੱਤ ਅਖਤਿਆਰ ਕਰਦੇ ਹਾਂ, ਮਨ ਨੂੰ ਦਿੰਦੇ ਹਾਂ, ਫਿਰ ਇਹ ਸਾਡਾ ਮਨ ਜਾਗਤ ਅਵਸਥਾ 'ਚ ਆਉਂਦਾ, ਤੇ ਫਿਰ ਇਹ ਘਰ ਵਾਪਸ ਜਾਂਦਾ, ਆਪਣੇ ਘਰ ਬੈਠਦਾ ਨਿਜ ਮਹਿਲ ਥਿਰ ਘਰ ਦੇ ਵਿੱਚ। ਮਾਰੇ ਫਰਮਾਉਂਦੇ ਮਨੁਆ ਕਿਉਂ ਕਰ ਵਾਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਹੁਣ ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਨਾਲ ਨਾਲ ਫਿਰ ਸਤਿਗੁਰੂ ਆਪਾਂ ਨੂੰ ਗਿਆਨ ਦਿੰਦੇ। ਗਿਆਨ ਦੁਆਰਾ ਆਪਾਂ ਮਨ ਨੂੰ ਰੋਕਣਾ ਹੁੰਦਾ ਵੀ ਤਾਂ ਕਿ ਇਹ ਸੌਂ ਨਾ ਜਾਵੇ, ਕਿਉਂਕਿ ਆਦੀ ਹੋ ਗਿਆ, ਸੌਂ ਜਾਂਦਾ ਹੈ। ਜਦੋਂ ਆਪਾਂ ਹੁਣ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ, ਸਤਿਗੁਰੂ ਆਪਾਂ ਨੂੰ ਗਿਆਨ ਦਿੰਦੇ। ਗਿਆਨ ਦੁਆਰਾ ਆਪਾਂ ਮਨ ਨੂੰ ਰੋਕਣਾ ਹੁੰਦਾ ਵੀ ਤਾਂ ਕਿ ਇਹ ਸੌਂ ਨਾ ਜਾਵੇ, ਕਿਉਂਕਿ ਆਦੀ ਹੋ ਗਿਆ, ਸੌਂ ਜਾਂਦਾ ਹੈ। ਜਦੋਂ ਆਪਾਂ ਹੁਣ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ, ਸਤਿਗੁਰੂ ਆਪਾਂ ਨੂੰ ਗਿਆਨ ਦਿੰਦੇ। ਗਿਆਨ ਦੁਆਰਾ ਆਪਾਂ ਮਨ ਨੂੰ ਰੋਕਣਾ ਹੁੰਦਾ ਵੀ ਤਾਂ ਕਿ ਇਹ ਸੌਂ ਨਾ ਜਾਵੇ, ਕਿਉਂਕਿ ਆਦੀ ਹੋ ਗਿਆ, ਸੌਂ ਜਾਂਦਾ ਹੈ। ਜਦੋਂ ਆਪਾਂ ਹੁਣ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ,
ਫਿਰ ਇਹਨੂੰ ਨਾਲ ਨਾਲ ਗਿਆਨ ਇਸ ਕਰਕੇ ਦਿੱਤਾ ਜਾਂਦਾ ਵੀ ਤਾਂ ਕਿ ਇਹ ਫਿਰ ਨਾ ਸੌਵੇਂ ਸੰਸਾਰ ਦੇ ਵਿੱਚ ਵਿਚਾਰਾਂ 'ਚ। ਸੌਂਦਾ ਕਿਵੇਂ ਹੈ ਉਹਦੇ ਵਾਸਤੇ ਫਿਰ ਆਪਾਂ ਨੂੰ ਇਹ ਸਤਿਗੁਰੂ ਸਮਝਾਉਂਦੇ ਵੀ ਜਦੋਂ ਅਸੀਂ ਸੰਸਾਰ ਦੀਆਂ ਵਿਚਾਰਾਂ 'ਚ ਪੈ ਜਾਂਦੇ, ਜਦੋਂ ਆਪਾਂ ਕਿਸੇ ਦੇ ਨਾਲ ਵੈਰ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ, ਕਿਸੇ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ, ਉਦੋਂ ਸਮਝੋ ਸਾਡਾ ਮਨ ਫਿਰ ਸੌਂ ਗਿਆ। ਇਸ ਲਈ ਪਹਿਲਾਂ ਅਸੀਂ ਇਹ ਮਨ ਨੂੰ ਗਿਆਨ ਦੁਆਰਾ ਜਗਾਉਣਾ ਹੁੰਦਾ, ਫਿਰ ਗਿਆਨ ਤੋਂ ਬਾਅਦ ਫਿਰ ਧਿਆਨ ਦੀ ਅਵਸਥਾ ਅੱਗੇ ਸ਼ੁਰੂ ਹੁੰਦੀ। ਪਹਿਲਾਂ ਆਪਾਂ ਨੂੰ ਇਹ ਗਿਆਨ ਦਿੱਤਾ ਜਾਂਦਾ ਵੀ ਤਾਂ ਕਿ ਸਾਡਾ ਮਨ ਇਹ ਗਿਆਨ ਦੁਆਰਾ ਰੁਕ ਜੇ। ਜਿਵੇਂ ਸਤਿਗੁਰੂ ਆਪਾਂ ਨੂੰ ਉਦਾਹਰਨ ਦੇ ਕੇ ਸਮਝਾਉਂਦੇ ਵੀ ਕੁੰਭ ਹੁੰਦਾ ਘੜਾ, ਉਹਦੇ ਵਿੱਚ ਆਪਾਂ ਪਾਣੀ ਰੋਕ ਲੈਂਦੇ ਹਾਂ, ਪਾਣੀ ਰੁਕ ਜਾਂਦਾ, ਖੜ ਜਾਂਦਾ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਹੈ ਇਹ ਗਿਆਨ ਦਾ ਵੱਧਾ ਹੋਇਆ ਰੁਕਦਾ ਹੈ, ਗਿਆਨ ਦੁਆਰਾ ਰੁਕਦਾ ਹੈ। ਅਤੇ ਗੁਰੂ ਤੋਂ ਬਿਨਾਂ ਆਪਾਂ ਨੂੰ ਇਹ ਗਿਆਨ ਹੁੰਦਾ ਨਹੀਂ। ਮਾਰੇ ਫਰਮਾਉਂਦੇ ਕੁੰਭੇ ਵੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਹੁਣ ਗਿਆਨ ਦੁਆਰਾ ਬੰਨ੍ਹਣਾ ਆਪਾਂ ਮਨ ਨੂੰ, ਗਿਆਨ ਦੁਆਰਾ ਨੂੰ ਰੋਕਣਾ। ਬਈ ਜਦੋਂ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ, ਇਹ ਮਾਇਆ ਦੇ ਦੇਸ਼ ਦੇ ਵਿੱਚ, ਹੁਣ ਜਦੋਂ ਕੋਈ ਕਿਸੇ ਦੀ ਨਿੰਦਿਆ ਕਰਨ ਲੱਗੇ ਅਤੇ ਆਪਣੇ ਅੱਗੇ ਗਿਆਨ ਆ ਜੀ। ਇਹ ਸਤਿਗੁਰੂ ਸਾਨੂੰ ਕਹਿ ਰਹੇ ਵੀ ਨਿੰਦਾ ਜਿਹੜੀ ਉਹ ਕਿਸੇ ਦੀ ਭਲੀ ਨਹੀਂ ਹੈ, ਕਿਸੇ ਦੀ ਚੰਗੀ ਨਹੀਂ ਹੈ। ਅਤੇ ਜਿਹੜਾ ਜੀਵ ਕਰਦਾ ਉਹਦਾ ਮੁੱਖ ਕਾਲਾ ਹੁੰਦਾ, ਉਹਨੂੰ ਸਜ਼ਾ ਦੇ ਕੇ ਨਰਕਾਂ 'ਚ ਸੁੱਟਿਆ ਜਾਂਦਾ। ਅਤੇ ਉਹ ਸਾਨੂੰ ਅੱਗੇ ਗਿਆਨ ਆ ਗਿਆ ਅਤੇ ਆਪਣਾ ਮਨ ਰੁਕ ਗਿਆ ਨਿੰਦਾ ਤੋਂ। ਮਾਰੇ ਫਰਮਾਉਂਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਨ ਨਿੰਦਕਾਂ ਨਰਕੀ ਘੂਰ ਪਵਨ। ਇਹਨੂੰ ਕਹਿੰਦੇ ਵੀ ਮਨ ਨੂੰ ਗਿਆਨ ਦੁਆਰਾ ਰੋਕ ਲੈਣਾ, ਗਿਆਨ ਦੁਆਰਾ ਬੰਨ੍ਹ ਦੇਣਾ। ਹੁਣ ਜੇ ਤਾਂ ਸਾਨੂੰ ਗਿਆਨ ਹੋਏਗਾ ਅਸੀਂ ਮਨ ਨੂੰ ਰੋਕ ਲਾਂਗੇ, ਅਤੇ ਜੇ ਸਾਨੂੰ ਗਿਆਨ ਨਹੀਂ ਅਸੀਂ ਰੁਕਾਂਗੇ ਨਹੀਂ ਨਿੰਦਿਆ ਕਰਨ, ਕਰੀ ਵੀ ਜਾਵਾਂਗੇ ਅਤੇ ਸੁਣੀ ਵੀ ਜਾਵਾਂਗੇ, ਅਤੇ ਉਹਦੇ ਨਾਲ ਸਾਡੇ ਮਨ ਨੂੰ ਸਜ਼ਾ ਮਿਲਣੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਦਾਂ ਅਸੀਂ ਮਨ ਨੂੰ ਨਾਲ ਨਾਲ ਗੁਰੂ ਦੀ ਮੱਤ ਗਿਆਨ ਦੇ ਕੇ ਫਿਰ ਅਸੀਂ ਮਨ ਨੂੰ ਰੋਕਣਾ ਹੁੰਦਾ। ਜਿਵੇਂ ਆਪਾਂ ਨੂੰ ਸਮਝਾਉਂਦੇ ਵੀ ਕਿਸੇ ਨਾਲ ਦੁਬਦਾ ਨਹੀਂ ਰੱਖਣੀ, ਸਾਡੇ ਅੰਦਰ ਕਿਸੇ ਪ੍ਰਥਾਏ ਬੈਰ ਵਿਰੋਧ ਆਵੇ, ਦੁਬਦਾ ਆਵੇ, ਅਤੇ ਅੱਗੇ ਆਪਾਂ ਨੂੰ ਗਿਆਨ ਆ ਜੇ ਵੀ ਮਹਾਰਾਜ ਕਹਿ ਰਹੇ ਵੀ ਜੇ ਅਸੀਂ ਦੁਬਦਾ ਰੱਖਾਂਗੇ ਤਾਂ ਸਾਨੂੰ ਸਜ਼ਾ ਮਿਲੇਗੀ। ਜਿਸ ਨਰਕੀ ਦੁਬਦਾ ਨਾ ਜਾਏ, ਧਰਮ ਰਾਏ ਤੇ ਸਦੇ ਸਜਾਏ। ਉਹ ਜਦੋਂ ਅੱਗੇ ਗਿਆਨ ਆ ਗਿਆ ਅਤੇ ਗਿਆਨ ਦੁਆਰਾ ਆਪਣਾ ਮਨ ਰੁਕ ਗਿਆ, ਆਪਾਂ ਰੋਕ ਲਿਆ ਵੀ ਅਸੀਂ ਨਹੀਂ ਚਾਹੁੰਦੇ ਸਜ਼ਾ ਲੈਣ। ਅਤੇ ਇਸ ਤਰ੍ਹਾਂ ਸਤਿਗੁਰੂ ਸਮਝਾਉਂਦੇ ਵੀ ਨਾਲ ਨਾਲ ਗੁਰੂ ਦੀ ਮੱਤ ਗਿਆਨ ਅਤੇ ਨਾਲ ਨਾਲ ਸਿਮਰਨ ਸ਼ਬਦ ਦੀ ਕਮਾਈ, ਇਹ ਕਰਕੇ ਫਿਰ ਅਸੀਂ ਮਨ ਨੂੰ ਘਰ ਲੈ ਕੇ ਜਾਣਾ, ਸਹੀ ਦੇ ਵਿੱਚ ਲੈ ਕੇ ਜਾਣਾ। ਫਿਰ ਸਾਡੇ ਮਨ ਨੇ ਘਰ ਜਾਣਾ ਵਾਪਸ। ਹੁਣ ਜੇ ਅਸੀਂ ਸਿਮਰਨ ਵੀ ਕਰਦੇ ਹਾਂ ਪਰ ਗਿਆਨ ਦੀ ਮੱਤ ਨਹੀਂ ਲੈਂਦੇ ਅਤੇ ਸਾਡਾ ਮਨ ਰੁਕੇਗਾ ਨਹੀਂ। ਆਪਾਂ ਸਿਮਰਨ ਕੀਤਾ, ਸੰਗਤ ਕੀਤੀ, ਅਤੇ ਗਿਆਨ ਜੇ ਅਸੀਂ ਭੁੱਲ ਗਏ ਅਤੇ ਆਪਾਂ ਬਾਹਰ ਜਾ ਕੇ ਫਿਰ ਉਹੀਓ ਵੈਰ ਵਿਰੋਧ ਸ਼ੁਰੂ ਕਰ ਲਿਆ, ਵਿਚਾਰਾਂ ਦਾ ਟਕਰਾਅ ਕਰ ਲਿਆ, ਕਿਸੇ ਦੀ ਨਿੰਦਿਆ ਕਰ ਲਈ, ਅਤੇ ਸਾਡਾ ਮਨ ਫਿਰ ਸੌਂ ਗਿਆ ਜਾ ਕੇ, ਉਹ ਫਿਰ ਮੈਲ ਲੱਗ ਗਈ ਮਨ 'ਤੇ। ਤਾਂ ਕਰਕੇ ਫਿਰ ਸਾਡਾ ਮਨ ਜਾਗਦਾ ਨਹੀਂ ਹੈ। ਉਹ ਜਦੋਂ ਥੋੜ੍ਹਾ ਜਿਹਾ ਅਸੀਂ ਜਗਾਉਂਦੇ ਹਾਂ ਅਤੇ ਜਦੋਂ ਫਿਰ ਵਿਚਾਰਾਂ 'ਚ ਚਲਾ ਜਾਂਦਾ ਉਹ ਫਿਰ ਸੌਂ ਜਾਂਦਾ ਜਾ ਕੇ। ਸੋ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਇਹ ਅਸੀਂ ਗੁਰੂ ਦੀ ਮੱਤ ਜਿਹੜੀ ਉਹ ਅੰਦਰ ਵਸਾਉਣੀ, ਗਿਆਨ ਨੂੰ ਅੰਦਰ ਦ੍ਰਿੜ ਕਰਨਾ।
ਤਾਂ ਕਿ ਇਹ ਗਿਆਨ ਹੈ ਜਿਹੜਾ ਇਹ ਸਾਨੂੰ ਭੁੱਲੇ ਨਾ, ਸਾਨੂੰ ਵਿਸਰੇ। ਅਤੇ ਉਹਦੇ ਵਾਸਤੇ ਫਿਰ ਸਾਨੂੰ ਲਗਾਤਾਰ ਸਿਮਰਨ ਕਰਨਾ ਪੈਣਾ ਵੀ ਤਾਂ ਕਿ ਸਾਨੂੰ ਭੁੱਲੇ ਨਾ, ਵਿਸਰੇ ਨਾ। ਅਸੀਂ ਭੁੱਲ ਜਾਂਦੇ ਹਾਂ, ਤਾਂ ਕਰਕੇ ਫਿਰ ਸਾਨੂੰ ਵਾਰ-ਵਾਰ ਯਾਦ ਕਰਾਉਂਦੇ ਮਹਾਰਾਜ। ਫਰਮਾਉਂਦੇ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਤਿਗੁਰੂ ਕਹਿੰਦੇ ਵੀ ਮਾਨਸ ਜਾਮੇ ਦਾ ਇਹੀ ਲਾਹਾ, ਇਹਦੇ ਵਿੱਚ ਭਗਤੀ ਕਰੋ, ਸਿਮਰਨ ਕਰੋ, ਗੁਰੂ ਦੀ ਮੱਤ ਲੈ ਕੇ ਮਨ ਨੂੰ ਘਰ ਲੈ ਕੇ ਜਾਓ। ਕਿਉਂਕਿ ਇਹ ਮੌਕਾ, ਇਹ ਵਾਰੀ ਸਿਰਫ ਆਪਾਂ ਨੂੰ ਹੋਣੀ ਮਾਨਸ ਜਾਮੇ ਵਿੱਚ। ਹੋਰ ਕਿਸੇ ਵੀ ਜੂਨ 'ਚ ਕਿਸੇ ਨੂੰ ਮੌਕਾ ਨਹੀਂ ਹੈ ਵੀ ਉਹ ਘਰ ਚਲੇ ਜਾਣ, ਉਹ ਮਾਲਕ ਨਾਲ ਮਿਲਾਪ ਕਰ ਲੈਣ। ਸਿਰਫ ਇਹ ਵਾਰੀ ਆਪਾਂ ਨੂੰ ਹੁਣ ਮਾਨਸ ਜਾਮੇ ਵਿੱਚ ਹੀ ਦਿੱਤੀ ਜਾਂਦੀ। ਤਾਂਹੀਓ ਸਤਿਗੁਰੂ ਆਪਾਂ ਨੂੰ ਰੋਜ਼ ਸਮਝਾਉਂਦੇ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਹੁਣ ਆਪਾਂ ਨੂੰ ਵਾਰੀ ਹੈ ਅਤੇ ਆਪਾਂ ਮਿਲ ਸਕਦੇ ਹਾਂ, ਪਰ ਸਾਡਾ ਮਨ ਇਹ ਮਿਲਣ ਲਈ ਰਾਜ਼ੀ ਨਹੀਂ ਹੈ। ਪਰਮਾਤਮਾ ਵੱਲੋਂ ਕੋਈ ਢਿੱਲ ਨਹੀਂ ਹੈ। ਆਪਾਂ ਜੇ ਆਖੀਏ ਵੀ ਇਹਦੇ ਵਿੱਚ ਦੋਸ਼ ਕਿਸੇ ਹੋਰ ਦਾ ਹੈ, ਕਿਉਂਕਿ ਸਾਡੇ ਮਨ ਦਾ ਸੁਭਾਅ ਹੈ। ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ, ਅਸੀਂ ਆਪਦਾ ਦੋਸ਼ ਨਹੀਂ ਮੰਨਦੇ, ਅਸੀਂ ਦੋਸ਼ ਕਿਸੇ ਹੋਰ ਨੂੰ ਦਿੰਦੇ ਹਾਂ ਵੀ ਉਹਦਾ ਦੋਸ਼। ਅਤੇ ਇਹਦੇ ਵਿੱਚ ਦੋਸ਼ ਕਿਸੇ ਦਾ ਹੋਰ ਬਿਲਕੁਲ ਵੀ ਨਹੀਂ ਹੈ। ਜਿਹੜਾ ਜੇ ਦੋਸ਼ ਹੈ ਤਾਂ ਉਹ ਸਾਡਾ ਆਪਣਾ ਹੈ, ਸਾਡੇ ਮਨ ਦਾ ਹੈ। ਕਿਉਂਕਿ ਸਾਡਾ ਮਨ ਹੈ ਜਿਹੜਾ, ਇਹ ਮਾਇਆ ਦੇ ਨਾਲ ਇੰਨਾ ਪਿਆਰ ਪਾ ਚੁੱਕਿਆ, ਇਹਨੂੰ ਛੱਡਣ ਨੂੰ ਤਿਆਰ ਨਹੀਂ। ਤਾਂ ਕਰਕੇ ਫਿਰ ਮਹਾਰਾਜ ਸਮਝਾਉਂਦੇ ਵੀ ਜਦੋਂ ਫਿਰ ਅਸੀਂ ਇਹ ਦੇਹ ਵੀ ਛੱਡਦੇ ਹਾਂ, ਜਦੋਂ ਅਸੀਂ ਜਾਂਦੇ ਹਾਂ ਵਾਪਸ, ਸਾਡਾ ਹਿਸਾਬ ਵੀ ਹੁੰਦਾ, ਉੱਥੇ ਜਾ ਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਦੋਸ਼ ਕਿਸੇ ਹੋਰ ਦਾ ਹੈ। ਨਾ ਤਾਂ ਅਸੀਂ ਪਰਮਾਤਮਾ ਨੂੰ ਦੋਸ਼ ਦੇ ਸਕਦੇ ਹਾਂ, ਕਿਉਂਕਿ ਉਹ ਤਾਂ ਸਾਨੂੰ ਸਦਾ ਹੀ ਬੁਲਾਉਂਦਾ ਹੈ ਵੀ ਤੁਸੀਂ ਘਰੇ ਆਵੋ ਵਾਪਸ, ਅਸੀਂ ਘਰੇ ਨਹੀਂ ਜਾਂਦੇ। ਅਤੇ ਇਸ ਲਈ ਮਹਾਰਾਜ ਫਰਮਾਉਂਦੇ, ਕਹਿੰਦੇ ਦੱਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ। ਕਿ ਆਪਾਂ ਕਿਸੇ ਹੋਰ ਨੂੰ ਨਹੀਂ ਦੋਸ਼ ਦੇ ਸਕਦੇ, ਦੋਸ਼ ਸਾਡਾ ਆਪਣਾ ਮੰਨਿਆ ਜਾਂਦਾ। ਸਾਵਧਾਨ ਹੋ ਜਾਈਏ ਮਹਾਰਾਜ। ਵਾਹਿਗੁਰੂ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਰਸ਼ਿਕ ਭਗਤੀ ਦੀ ਪਾਤਸ਼ਾਹੀ ਦਸਵੀਂ ਰਤਨ ਭਗਤੀ ਸਿਮਰ ਕੈ ਗੁਰੂ ਨਾਨਕ ਲੀਨ ਤੇ ਆਏ ਸਿਮਰ ਗੁਰਤੀ ਅਮਰਦਾਸ ਰਾਮਦਾਸੀ ਹੋਈ ਸਹਾਈ ਅਰਜਨ ਹਰਗੋਬਿੰਦ ਜੀ ਸਿੰਘੋ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਉਪਜਾਏ ਦੇਖ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਤ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਡਿਓਟਿਆਂ ਦੀ ਓਟ ਭੱਲੇ ਅਮਰਦਾਸ ਗੁਰੂ ਤੇਰੇ ਤੇਰੀ ਉਮਾ ਕੋਹੀ ਬਲ ਆਵੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹੀ ਅਰਦਾਸ ਬੇਨਤੀ ਦੀ ਸਹਿਯੋਗਰੀ ਹੈ ਪਰਿਵਾਰਾਂ ਦੇ ਗ੍ਰਹਿ ਤੋਂ ਚੱਲ ਕਰਕੇ ਸੱਚੇ ਪਾਤਸ਼ਾਹ ਆਪ ਜੀ ਆਪਣੇ ਨਿੱਜੀ ਸਥਾਨਾਂ ਤੇ ਆਏ ਹੋ ਆਪ ਜੀ ਦੇ ਕਮਰ ਕੱਚੇ ਵਧਾਏ ਗਏ ਨੇ ਆਪ ਜੀ ਆਪਣੇ ਸਿਫਾਰਸ਼ਾਂ ਤੇ ਵਿਰਾਜਮਾਨ ਹੋ ਸੇਵਕਾਂ ਨੂੰ ਛੁੱਟੀਆਂ ਬਖਸ਼ਿਸ਼ ਕਰੋ ਮਿਹਰ ਭਰਿਆ ਹੱਥ ਰੱਖੋ ਰਸਤੇ ਵਿੱਚ ਆਉਂਦਿਆਂ ਹੋਇਆਂ ਆਪ ਦੀਆਂ ਸੇਵਾਵਾਂ ਕਰਦਿਆਂ ਹਾਜ਼ਰੀਆਂ ਭਰਦਿਆਂ ਮਹਾਰਾਜ ਦਾਸਾਂ ਬੱਚਿਆਂ ਪਰਿਵਾਰਾਂ ਕੋਲੋਂ ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅਗਾਂਹ ਤੋਂ ਸੁੱਖ ਸੇਵਾਵਾਂ ਕਰਦੇ ਹਾਜ਼ਰੀਆਂ ਭਰਦੇ ਮਹਾਰਾਜ ਜੀ ਬਲ ਤੋਂ ਬਖਸ਼ਣੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਹਿਰਦਾ ਭਲਾ ਕਰਨਾ ਜੀ ਮਿਹਰ ਭਰਿਆ ਹੱਥ ਰੱਖਣਾ ਆਪ ਸੇਵਕਾਂ ਨੂੰ ਛੁੱਟੀਆਂ ਬਖਸ਼ਿਸ਼ ਕਰੋ ਜੋ ਜੀ ਆਪ ਜੀ ਨੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਮ ਚਿਤ ਆਵੇ ਸੁਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਇਸ ਅਵਸਥਾ ਦੇ ਵਿੱਚ ਆਪਣੇ ਮਨ ਨੂੰ ਫਿਰ ਸਮਝਾ ਰਹੇ ਕਿ ਇਹਦੇ ਵਿੱਚ ਦੋਸ਼ ਹੈ ਜਿਹੜਾ ਉਹ ਕਿਸੇ ਹੋਰ ਦਾ ਨਹੀਂ ਮੰਨਿਆ ਜਾਂਦਾ, ਦੋਸ਼ ਸਾਡੇ ਮਨ ਦਾ ਹੈ। ਕਿਉਂਕਿ ਆਪਣਾ ਮਨ ਹੈ ਜਿਹੜਾ ਇਹ ਆਪਦੀ ਮੱਤ ਨਹੀਂ ਛੱਡਦਾ, ਆਪਣੀ ਸਿਆਣਪ ਹੈ ਜਿਹੜੀ ਉਹ ਨਹੀਂ ਛੱਡਦਾ ਹੈ। ਹੁਣ ਜਦੋਂ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ, ਸਤਿਸੰਗਤ ਦੇ ਵਿੱਚ ਆਉਂਦੇ ਹਾਂ, ਇੱਥੇ ਆਪਾਂ ਆਉਂਦੇ ਹਾਂ ਗੁਰੂ ਦੀ ਮੱਤ ਲੈਣ ਵਾਸਤੇ। ਅਤੇ ਆਪਾਂ ਨੂੰ ਸਤਿਗੁਰੂ ਸਭ ਤੋਂ ਪਹਿਲਾਂ
ਇਹੋ ਸਮਝਾਉਂਦੇ ਫਿਰ ਵੀ ਜੇ ਤੁਸੀਂ ਗੁਰੂ ਦੀ ਮੱਤ ਲੈਣੀ ਹੈ, ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈ ਉਹ ਹੈ ਸਾਡੀ ਆਪਣੀ ਮੱਤ, ਸਾਡੀ ਸੋਚ, ਸਾਡੀ ਸਿਆਣਪ। ਉਹਨੂੰ ਕਹਿੰਦੇ ਪਹਿਲਾਂ ਵੀ ਛੱਡਣਾ ਪਏਗਾ। ਅਤੇ ਨਾਲ ਹੀ ਸਾਨੂੰ ਇਹ ਵੀ ਦੱਸ ਦਿੱਤਾ ਵੀ ਆਪਦੀ ਮੱਤ ਹੀ ਜਿਹੜੀ ਛੱਡਣੀ ਇਹ ਔਖੀ ਹੈ, ਇਹ ਕਠਨ ਹੈ। ਸਤਿਗੁਰੂ ਫਰਮਾਉਂਦੇ ਮਨ ਕੀ ਮੱਤ ਤੇ ਆਗੋ ਹਰਿ ਜਨ, ਇਹਾਂ ਬਾਤ ਕਠੈਨੀ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਕਠਨ ਹੈ ਆਪਣੀ ਮੱਤ ਛੱਡਣੀ। ਹੁਣ ਆਪਾਂ ਚਾਹੁੰਦੇ ਤਾਂ ਸਾਰੇ ਹੀ ਹਾਂ ਵੀ ਸਾਨੂੰ ਗੁਰੂ ਦੀ ਮੱਤ ਆਵੇ, ਅਸੀਂ ਗੁਰੂ ਦੀ ਮੱਤ ਲੈ ਕੇ ਚੱਲੀਏ। ਅਤੇ ਆਪਾਂ ਨੂੰ ਕਹਿੰਦੇ ਵੀ ਪਹਿਲਾਂ ਜਿਹੜੀ ਰੁਕਾਵਟ ਵੱਡੀ ਉਹ ਸਾਡੀ ਆਪਣੀ ਮੱਤ ਉਹ ਛੱਡਣੀ ਪਏਗੀ। ਅਤੇ ਨਾਲ ਹੀ ਸਤਿਗੁਰੂ ਕਹਿੰਦੇ ਔਖੀ ਹੈ ਛੱਡਣੀ, ਕਠਨ ਨੇ। ਹੁਣ ਆਪਾਂ ਫਿਰ ਇਹਨਾਂ ਤੋਂ ਪੁੱਛਦੇ ਹਾਂ ਵੀ ਕੀ ਛੱਡੀ ਜਾ ਸਕਦੀ ਹੈ। ਸਤਿਗੁਰੂ ਸਮਝਾਉਂਦੇ ਵੀ ਛੱਡੀ ਤਾਂ ਜਾਏਗੀ ਜੇ ਤੁਸੀਂ ਸਾਡਾ ਇੱਕ ਵਚਨ ਮੰਨੋ ਤਾਂ। ਹੁਣ ਆਪਾਂ ਪੁੱਛਦੇ ਵੀ ਕੀ ਵਚਨ ਹੈ ਦੱਸੋ। ਆਪਾਂ ਨੂੰ ਫਿਰ ਵਚਨ ਇਹ ਕਰਦੇ ਵੀ ਤੁਹਾਨੂੰ ਸਿਮਰਨ ਕਰਨਾ ਪਏਗਾ। ਜਿਹੜੀ ਆਪਣੀ ਸਿਆਣਪ ਛੱਡਣ ਵਾਸਤੇ, ਆਪਣੀ ਮੱਤ ਛੱਡਣ ਵਾਸਤੇ ਸਿਮਰਨ ਕਰਨਾ ਪੈਂਦਾ। ਅਤੇ ਆਪਾਂ ਪੁੱਛਦੇ ਵੀ ਕਿੰਨਾ ਕੁ ਸਮਾਂ ਕਰਨਾ ਪਏ, ਕਿੰਨਾ ਟਾਈਮ ਕਰੀਏ। ਜਿਵੇਂ ਆਮ ਗੁਰਮੁਖ ਪੁੱਛ ਲੈਂਦੇ ਵੀ ਕਿੰਨਾ ਕੁ ਟਾਈਮ ਜੀ, ਕਿੰਨਾ ਸਮਾਂ ਸਵੇਰੇ ਕਰੀਏ, ਕਿੰਨਾ ਸਮਾਂ ਸ਼ਾਮ ਨੂੰ ਕਰੀਏ। ਅਤੇ ਸਤਿਗੁਰੂ ਕਹਿੰਦੇ ਵੀ ਅੰਨ ਦਿਨ ਕਰਨਾ ਪੈਣਾ, ਦਿਨ ਰਾਤ। ਇਹ ਨਹੀਂ ਵੀ ਅਸੀਂ ਘੰਟਾ ਸਵੇਰੇ ਕਰ ਲਿਆ, ਘੰਟਾ ਸ਼ਾਮ ਨੂੰ ਕਰ ਲਿਆ, ਮੁੜ ਕੇ ਬਾਕੀ ਸਾਰਾ ਦਿਨ ਸੰਸਾਰ ਦੀਆਂ ਗੱਲਾਂ ਕਰਦੇ ਰਹੇ, ਦੁਨਿਆਵੀ। ਫਿਰ ਨਹੀਂ ਛੱਡੀ ਜਾਣੀ। ਅਤੇ ਆਪਾਂ ਨੂੰ ਕਹਿੰਦੇ ਵੀ ਅੰਨ ਦਿਨ ਕਰਨਾ ਪਏਗਾ, ਫਿਰ ਆਪਦੀ ਮੱਤ ਹੈ ਜਿਹੜੀ ਉਹ ਛੱਡੀ ਜਾਏਗੀ। ਸਤਿਗੁਰੂ ਫਰਮਾਉਂਦੇ ਮਨ ਕੀ ਮੱਤ ਤੇ ਆਗੋ ਹਰਿ ਜਨ, ਇਹਾਂ ਬਾਤ ਕਠੈਨੀ। ਅੰਨ ਦਿਨ ਹਰਿ ਹਰਿ ਨਾਮ ਤੇ ਆਵੋ। ਗੁਰ ਸਤਿਗੁਰ ਕੀ ਮੱਤ ਲੈ ਵੀ ਜੇ ਹੁਣ ਅਸੀਂ ਚਾਹੁੰਦੇ ਹਾਂ ਸਤਿਗੁਰ ਦੀ ਮੱਤ ਲੈਣੀ, ਅਤੇ ਉਹਦੇ ਵਾਸਤੇ ਸਤਿਗੁਰੂ ਕਹਿੰਦੇ ਵੀ ਤੁਹਾਨੂੰ ਸਿਮਰਨ ਕਰਨਾ ਪੈਣਾ। ਅਤੇ ਕਿੰਨਾ ਸਮਾਂ ਕਹਿੰਦੇ ਅੰਨ ਦਿਨ ਕਰਨਾ ਪੈਣਾ। ਅੰਨ ਦਿਨ ਦਾ ਭਾਵ ਹੁੰਦਾ ਦਿਨ ਰਾਤ। ਅਤੇ ਜਦੋਂ ਅਸੀਂ ਲਗਾਤਾਰ ਇਹ ਸਿਮਰਨ ਕਰਦੇ ਹਾਂ ਫਿਰ ਇਹ ਸਾਡੀ ਮੱਤ ਹੈ ਜਿਹੜੀ ਇਹ ਖਤਮ ਹੁੰਦੀ, ਆਪਣੀ ਸਿਆਣਪ ਜਿਹੜੀ ਇਹ ਖਤਮ ਹੁੰਦੀ। ਫਿਰ ਸਾਨੂੰ ਗੁਰੂ ਦੀ ਮੱਤ ਹੁੰਦੀ ਹੈ। ਜਦ ਹੁਣ ਅਸੀਂ ਆਪਦੀ ਮੱਤ ਵਰਤਦੇ ਹਾਂ, ਆਪਣੀ ਸਿਆਣਪ ਵਰਤਦੇ ਹਾਂ, ਓਨਾ ਸਮਾਂ ਸਾਡਾ ਜਿਹੜਾ ਮਨ ਇਹ ਆਪਦਾ ਦੋਸ਼ ਨਹੀਂ ਮੰਨਦਾ, ਇਹ ਦੋਸ਼ ਕਿਸੇ ਹੋਰ ਨੂੰ ਦਿੰਦਾ। ਅਤੇ ਤਾਂਹੀਓ ਮਹਾਰਾਜ ਕਹਿੰਦੇ ਵੀ ਦੋਸ਼ ਕਿਸੇ ਹੋਰ ਦਾ ਤਾਂ ਹੈ ਹੀ ਨਹੀਂ, ਵੀ ਦੋਸ਼ ਤਾਂ ਮੰਨਦਾ ਹੀ ਹੈ ਸਾਰਾ। ਅਤੇ ਇਸ ਵਾਸਤੇ ਹੁਣ ਮਨ ਨੂੰ ਹੀ ਅਸੀਂ ਸਮਝਾਉਣਾ। ਜਿੰਨਾ ਵੀ ਗਿਆਨ ਦਿੱਤਾ ਜਾ ਰਿਹਾ ਹੈ ਉਹ ਸਾਰਾ ਸਾਡੇ ਮਨ ਨੂੰ ਦਿੱਤਾ ਜਾਂਦਾ ਹੈ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ ਕਾਹਦੇ ਵਾਸਤੇ? ਮਨ ਨੂੰ ਸਮਝਾਉਣ ਲਈ, ਮਨ ਨੂੰ ਗਿਆਨ ਦੇਣ ਲਈ। ਮਾਰੇ ਫਰਮਾਉਂਦੇ ਮਨ ਸਮਝਾਵਣ ਕਾਰਨੇ, ਕਛੂ ਕੁ ਪੜ੍ਹੀਏ ਗਿਆਨ। ਮਨ ਨੂੰ ਸਮਝਾਉਣ ਵਾਸਤੇ। ਹੁਣ ਮਨ ਨੂੰ ਹੀ ਫਿਰ ਇਹ ਜਿੰਨਾ ਉਪਦੇਸ਼ ਹੈ ਸਾਰਾ ਇਹ ਸਾਡੇ ਮਨ ਨੂੰ ਦਿੱਤਾ ਜਾਂਦਾ ਹੈ। ਇਹ ਜਿਹੜਾ ਸਰੀਰ ਹੈ, ਇਹ ਸਰੀਰ ਨੂੰ ਤਾਂ ਗੁਰੂ ਨਾਨਕ ਦੇ ਘਰ ਨੇ ਪਿੰਡ, ਖੇਤ, ਧਰਤੀ, ਦੇਸ਼, ਘਰ ਕਹਿ ਕੇ ਪਾਸੇ ਕਰ ਦਿੱਤਾ। ਸਾਰੀ ਜਿਹੜੀ ਕਹਾਣੀ ਚੱਲਦੀ ਹੈ ਉਹ ਆਪਣੇ ਮਨ ਦੀ ਹੈ। ਜਿਹੜਾ ਗਿਆਨ ਜਿੰਨਾ ਵੀ ਉਪਦੇਸ਼ ਦਿੱਤਾ ਜਾ ਰਿਹਾ ਹੈ ਉਹ ਸਾਡੇ ਮਨਾਂ ਨੂੰ ਦਿੱਤਾ ਜਾ ਰਿਹਾ ਹੈ। ਅਤੇ ਜਿਹੜੇ ਮਨ ਨੇ ਉਹ ਸਾਰਿਆਂ ਦੇ ਅੰਦਰ ਇੱਕੋ ਹੀ ਨੇ, ਜੋਤ ਸਰੂਪ, ਪ੍ਰਕਾਸ਼ ਰੂਪ ਨੇ। ਤਾਂ ਕਰਕੇ ਫਿਰ ਸਾਰਿਆਂ ਨੂੰ ਸਾਂਝਾ ਉਪਦੇਸ਼, ਕਿਉਂਕਿ ਸਰੀਰ ਨੂੰ ਤਾਂ ਦਿੱਤਾ ਨਹੀਂ ਜਾਂਦਾ, ਨਾ ਕਿਸੇ ਖਾਸ ਧਰਮ ਲਈ, ਨਾ ਕਿਸੇ ਖਾਸ ਫਿਰਕੇ ਲਈ, ਨਾ ਕਿਸੇ ਜਾਤ ਪਾਤ ਲਈ, ਤਾਂ ਸਾਰਿਆਂ ਦੇ ਮਨਾਂ ਲਈ।
ਤਾਈਓ ਮਾਰੇ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਵੀ ਸਾਰਿਆਂ ਲਈ ਸਾਂਝਾ, ਕਿਉਂਕਿ ਸਾਰਿਆਂ ਦੇ ਮਨਾਂ ਲਈ। ਹੁਣ ਸੰਸਾਰ ਦੇ ਵਿੱਚ ਜਿਹਨੂੰ ਉਪਦੇਸ਼ ਦਿੱਤਾ ਜਾ ਰਿਹਾ ਮਨ ਨੂੰ, ਤੇ ਬਹੁਤੇ ਜੀਵ ਐਸੇ ਨੇ ਜਿਨ੍ਹਾਂ ਨੂੰ ਆਪਦੇ ਮਨ ਦਾ ਹੀ ਨਹੀਂ ਪਤਾ ਵੀ ਮਨ ਹੈ ਕੀ ਚੀਜ਼ ਹੈ। ਮਨ ਦਾ ਸਰੂਪ ਹੀ ਭੁੱਲ ਚੁੱਕੇ ਨੇ। ਤੇ ਜਿਹਨੂੰ ਹੁਣ ਉਪਦੇਸ਼ ਦਿੱਤਾ ਜਾ ਰਿਹਾ, ਜਿਹਨੂੰ ਸਮਝਾਇਆ ਜਾ ਰਿਹਾ, ਜਿਹਨੂੰ ਅਸੀਂ ਟਿਕਾਉਣਾ ਚਾਹੁੰਦੇ ਹਾਂ, ਜੇ ਅਸੀਂ ਉਹਨੂੰ ਹੁਣ ਦੇਖਿਆ ਹੀ ਨਹੀਂ, ਸਾਨੂੰ ਉਹਦਾ ਗਿਆਨ ਹੀ ਨਹੀਂ, ਤੇ ਉਹਨੂੰ ਟਿਕਾਈਏ ਕਿਵੇਂ? ਹੁਣ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜਿਹੜਾ ਮਨ ਹੈ ਉਹ ਜੋਤ ਸਰੂਪ ਹੈ, ਪ੍ਰਕਾਸ਼ ਰੂਪ ਹੈ। ਆਪਾਂ ਸਾਰੇ ਬੱਚੇ ਆ ਅਕਾਲ ਪੁਰਖ ਪਰਮੇਸ਼ਰ ਦੇ, ਪਰਮਾਤਮਾ ਦੇ। ਤੇ ਬੱਚੇ ਕੌਣ ਨੇ? ਜਿਹੜੇ ਮਨ ਨੇ। ਤੇ ਮਨ ਹੈ ਜਿਹੜਾ ਉਹ ਪਰਮਾਤਮਾ ਵਰਗਾ ਹੀ, ਜਿੱਦਾਂ ਦਾ ਪਰਮਾਤਮਾ ਵਾਹਿਗੁਰੂ ਉੱਦਾਂ ਦਾ ਹੀ ਮਨ ਹੈ, ਕਿਉਂਕਿ ਮਨ ਵੀ ਪ੍ਰਕਾਸ਼ ਰੂਪ ਹੈ ਤੇ ਪਰਮਾਤਮਾ ਵਾਹਿਗੁਰੂ ਆਪ ਵੀ ਪ੍ਰਕਾਸ਼ ਰੂਪ ਨੇ, ਜੋਤ ਸਰੂਪ ਨੇ। ਤਾਈਓ ਆਪਣੇ ਮਨ ਨੂੰ ਸਮਝਾਉਂਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੁਣ ਮਨ ਹੈ ਜਿਹੜਾ ਇਹ ਜੋਤ ਸਰੂਪ ਹੈ, ਪਰਮਾਤਮਾ ਵਰਗਾ ਹੀ ਹੈ, ਕਿਉਂਕਿ ਪਰਮਾਤਮਾ ਦਾ ਬੱਚਾ ਹੈ। ਇਸ ਲਈ ਮਨਾਂ ਨੂੰ ਹੀ ਸਾਰਾ ਫਿਰ ਉਪਦੇਸ਼ ਦਿੱਤਾ ਜਾ ਰਿਹਾ। ਤਾਈਓ ਫਿਰ ਮਨਾਂ ਨੂੰ ਹੀ ਕਹਿੰਦੇ ਨੇ ਵੀ ਸਾਡਾ ਸਾਰਿਆਂ ਦਾ ਜਿਹੜਾ ਮਾਂ ਪਿਓ ਉਹ ਇੱਕੋ ਹੀ ਹੈ। ਏਕ ਪਿਤਾ ਏਕ ਸਕੇਹਾ ਬਾਰਕ। ਕੌਣ ਨੇ ਬਾਰਕ, ਕੌਣ ਨੇ ਬੱਚੇ? ਮਨ। ਹੁਣ ਇਹ ਸਰੀਰ ਹੈ ਜਿਹੜਾ, ਇਹ ਤਾਂ ਮਾਤਾ ਪਿਤਾ ਦੇ ਸੰਯੋਗ ਦੇ ਨਾਲ ਬਣਦਾ ਹੈ। ਜਿਹੜਾ ਮਨ ਹੈ ਉਹਦਾ ਜਿਹੜਾ ਪਿਤਾ ਹੈ ਉਹ ਮਾਲਕ ਹੈ, ਨਿਰੰਕਾਰ ਪਰਮਾਤਮਾ ਵਾਹਿਗੁਰੂ। ਇਸ ਵਾਸਤੇ ਹੁਣ ਮਨ ਨੂੰ ਫਿਰ ਸਮਝਾਉਂਦੇ ਵੀ ਤੂੰ ਆਪਣੇ ਆਪੇ ਦੀ ਪਹਿਚਾਣ ਕਰ। ਹੁਣ ਜਿਸ ਦਿਨ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਏਗੀ, ਉਸ ਦਿਨ ਸਾਡੇ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ। ਪਰਮਾਤਮਾ ਵੀ ਪ੍ਰਕਾਸ਼ ਹੈ ਤੇ ਆਪਾਂ ਵੀ ਪ੍ਰਕਾਸ਼ ਰੂਪ। ਪਰਮਾਤਮਾ ਆਪ ਅਵਿਨਾਸ਼ੀ ਹੈ ਤੇ ਆਪਾਂ ਵੀ ਅਵਿਨਾਸ਼ੀ ਹਾਂ। ਮਨ ਹੈ ਜਿਹੜਾ ਇਹ ਵੀ ਅਵਿਨਾਸ਼ੀ। ਇਸ ਲਈ ਮਹਾਰਾਜ ਫਰਮਾਉਂਦੇ ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਿਨਾਸ਼ੀ। ਕਿ ਜਦੋਂ ਗੁਰਮੁਖਾਂ ਨੂੰ ਆਪਣੇ ਆਪੇ ਦੀ ਪਹਿਚਾਣ ਆ ਗਈ ਤੇ ਉਹਨਾਂ ਨੇ ਦੇਖਿਆ ਵੀ ਸਾਡੇ ਤੇ ਅਵਿਨਾਸ਼ੀ ਮਾਲਕ ਦੇ ਵਿੱਚ ਕੋਈ ਫਰਕ ਨਹੀਂ, ਵੀ ਮਾਲਕ ਵੀ ਪਰਮਾਤਮਾ ਵੀ ਪ੍ਰਕਾਸ਼ ਹੈ ਤੇ ਆਪਾਂ ਵੀ ਪ੍ਰਕਾਸ਼ ਰੂਪ ਉਹਦੇ ਬੱਚੇ। ਇਸ ਅਵਸਥਾ ਦੇ ਵਿੱਚ ਜਦੋਂ ਆਪਾਂ ਮਾਲਕ ਨੂੰ ਦੇਖ ਲੈਂਦੇ ਹਾਂ, ਆਪਣੇ ਆਪੇ ਦੀ ਪਹਿਚਾਣ ਕਰ ਲੈਂਦੇ ਹਾਂ, ਉਦੋਂ ਫਿਰ ਕਹਿੰਦੇ ਸੋਹੰਗ। ਸੋਹੰਗ ਦਾ ਭਾਵ ਵੀ ਜੋ ਤੂੰ ਹੈ ਉਹੀਓ ਮੈਂ ਹਾਂ। ਬਈ ਦੱਸ ਤੇਰੇ ਤੇ ਮੇਰੇ ਵਿੱਚ ਕੀ ਫਰਕ ਹੈ, ਕੀ ਅੰਤਰ ਹੈ? ਤੇ ਮਹਾਰਾਜ ਇਹੀ ਸਮਝਾਉਂਦੇ, ਕਹਿੰਦੇ ਵੀ ਫਰਕ ਕੋਈ ਹੈ ਹੀ ਨਹੀਂ, ਵੀ ਤੁਸੀਂ ਮੇਰਾ ਹੀ ਤਾਂ ਰੂਪ ਹੋ। ਵੀ ਫਰਕ ਤਾਂ ਸਿਰਫ ਤੁਸੀਂ ਪਾਇਆ ਹੋਇਆ, ਤੁਸੀਂ ਫਰਕ ਬਣਾਇਆ ਹੋਇਆ। ਵੀ ਜਦੋਂ ਸਾਡਾ ਮਨ ਆਪਦੀ ਮੱਤ ਵਰਤਦਾ, ਇਹ ਫਿਰ ਵਿਚਾਰਾਂ ਦੀ ਹੌਰਨੀਆਂ ਦੀ ਉਹਨੂੰ ਮੈਲ ਚੜ੍ਹ ਜਾਂਦੀ, ਪਾਪਾਂ ਦੀ ਉਹਦੇ 'ਤੇ ਮੈਲ ਚੜ੍ਹ ਜਾਂਦੀ। ਅਤੇ ਜਦੋਂ ਇਹਦੇ ਮੈਲ ਚੜ੍ਹ ਜਾਂਦੀ ਤਾਂ ਜਿਹੜਾ ਆਪਦਾ ਸੁਭਾਅ ਹੈ ਉਹ ਖਤਮ ਹੋ ਜਾਂਦਾ। ਸਾਨੂੰ ਆਪਦੇ ਸੁਭਾਅ ਦਾ ਪਤਾ ਨਹੀਂ ਲੱਗਦਾ ਵੀ ਅਸੀਂ ਹੈ ਕੌਣ। ਹੁਣ ਜਦੋਂ ਸਾਡਾ ਮਨ ਨਿਰਮਲ ਹੋ ਜਾਂਦਾ, ਇਹਦੀ ਮੈਲ ਉਤਰ ਜਾਂਦੀ ਹੈ, ਮਨ ਦਾ ਜਿਹੜਾ ਅਸਲ ਸੁਭਾਅ ਉਹ ਵੈਰਾਗੀ ਹੈ। ਮਾਰੇ ਫਰਮਾਉਂਦੇ ਮਨ ਕਾ ਸੁਭਾਉ ਸਦਾ ਵੈਰਾਗੀ। ਵੀ ਮਨ ਦਾ ਜਿਹੜਾ ਸੁਭਾਅ ਇਹ ਵੈਰਾਗੀ। ਤਾਈਓ ਆਪਾਂ ਦੇਖਦੇ ਹਾਂ ਵੀ ਜਦੋਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਦੇ ਕਰਦੇ ਗੁਰਮੁਖ ਵੈਰਾਗੀ ਹੋ ਜਾਂਦੇ। ਉਹ ਕੀ ਹੁੰਦਾ ਵੀ ਮਨ ਦੀ ਜਦੋਂ ਮੈਲ ਉਤਰ ਜਾਂਦੀ, ਮਨ ਦਾ ਜਿਹੜਾ ਅਸਲ ਸੁਭਾਅ ਉਹ ਪ੍ਰਗਟ ਹੋ ਜਾਂਦਾ, ਉਹ ਸਾਨੂੰ ਦਿਸਣ ਲੱਗ ਜਾਂਦਾ। ਜਦ ਤੱਕ ਮਨ ਦੇ ਉੱਤੇ ਮੈਲ ਚੜ੍ਹੀ ਹੈ,
ਉਹਨਾਂ ਸਮਾਂ ਸਾਡਾ ਜਿਹੜਾ ਅਸਲ ਸੁਭਾਅ ਉਹ ਸਾਨੂੰ ਪਤਾ ਨਹੀਂ ਲੱਗਦਾ। ਤਾਂਹੀਓ ਹੁਣ ਮਨ ਨੂੰ ਫਿਰ ਸਮਝਾਉਂਦੇ ਵੀ ਇਹ ਮਨ ਨੂੰ ਆਪਾਂ ਸ਼ੁੱਧ ਕਰਨਾ, ਇਹ ਜਿਹੜੀ ਮਨ 'ਤੇ ਮੈਲ ਲੱਗੀ ਹੈ ਮੈਲ ਲਾਉਣੀ। ਹੁਣ ਮਨ 'ਤੇ ਜਿਹੜੀ ਮੈਲ ਲੱਗੀ ਹੈ ਇਹ ਪਾਣੀ ਅਤੇ ਸਾਬਣ ਨਾਲ ਨਹੀਂ ਲੈਂਦੀ। ਜਿਵੇਂ ਇਹ ਸਰੀਰ ਨੂੰ ਤਾਂ ਆਪਾਂ ਜਿਹੜਾ ਇਹ ਕੱਪੜਾ ਪਹਿਨਦੇ ਹਾਂ ਪਾਣੀ ਅਤੇ ਸਾਬਣ ਨਾਲ ਧੋ ਲੈਂਦੇ ਹਾਂ, ਇਹਦੀ ਮੈਲ ਉਤਰ ਜਾਂਦੀ। ਜਿਹੜੀ ਹੁਣ ਸਾਡੇ ਮਨ ਦੇ ਉੱਤੇ ਮੈਲ ਲੱਗਦੀ ਉਹ ਪਾਣੀ ਅਤੇ ਸਾਬਣ ਦੇ ਨਾਲ ਨਹੀਂ ਲੈਂਦੀ। ਤਾਂਹੀਓ ਸਤਿਗੁਰੂ ਸਾਨੂੰ ਰੋਜ਼ ਸਮਝਾਉਂਦੇ ਗੁਰੂ ਨਾਨਕ ਪਾਤਸ਼ਾਹ, ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਕੇ, ਮੋਦ ਭਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਮੇ ਕੇ ਰੰਗ। ਬਈ ਹੁਣ ਇਹ ਜਿਹੜਾ ਸਾਡੇ ਮਨ 'ਤੇ ਮੈਲ ਚੜ੍ਹੀ ਇਹ ਨਾਮ ਦੁਬਾਰਾ ਉਤਰਨੀ ਹੈ, ਉੱਦਾਂ ਹੀ ਲੈਂਦੀ ਨਹੀਂ। ਚਾਹੇ ਜੀਵ ਤਨ ਨੂੰ ਕਿੰਨਾ ਨਵਾਈ ਚੱਲੇ, ਕਿੰਨਾ ਸੋਹਣੇ ਵਸਤਰ ਪਾ ਲਵੇ, ਪਰ ਜੇ ਉਹਦਾ ਮਨ ਮੈਲਾ ਹੈ ਤੇ ਫਿਰ ਸਾਰਾ ਕੁਛ ਹੀ ਮੈਲਾ ਹੈ। ਮਾਰੇ ਫਰਮਾਉਂਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਕੋਈ। ਹੁਣ ਸਤਿਗੁਰੂ ਕਹਿੰਦੇ ਵੀ ਜੀਵ ਜਾਂਦੇ ਤੀਰਥਾਂ 'ਤੇ ਜਾਂਦੇ ਤਨ ਦਾ ਇਸ਼ਨਾਨ ਕਰਦੇ, ਪਰ ਜਿਹੜਾ ਮਨ ਹੈ ਉਹ ਮਨ ਮੈਲਾ ਰਹਿੰਦਾ, ਮਨ ਨਹੀਂ ਧੋਤਾ ਜਾਂਦਾ। ਇਸ ਵਾਸਤੇ ਫਿਰ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਮਨ ਵਾਸਤੇ ਜਿਹੜਾ ਤੀਰਥ ਹੈ ਉਹ ਨਾਮ ਹੈ। ਮਨ ਦੀ ਜਿਹੜੀ ਮੈਲ ਲੈਣੀ ਉਹ ਲੈਣੀ ਹੈ ਗੁਰੂ ਦੀ ਮੱਤ ਦੁਆਰਾ। ਜਿਵੇਂ ਆਪਾਂ ਸਿਮਰਨ ਕਰਦੇ ਹਾਂ, ਸਿਮਰਨ ਕਰਕੇ ਮਨ ਦਾ ਇਸ਼ਨਾਨ ਹੁੰਦਾ। ਇਹ ਰਾਬਾਈ ਸ਼ਬਦ ਦੀ ਵਿਚਾਰ ਕਰਦੇ ਹਾਂ ਗੁਰਬਾਣੀ ਗੁਰੂ ਦੀ, ਤਾਂ ਸਾਡਾ ਮਨ ਧੋਤਾ ਜਾਂਦਾ ਇਹਦੇ ਨਾਲ। ਮਾਰੇ ਫਰਮਾਉਂਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਵੀ ਜਦੋਂ ਅਸੀਂ ਮਾਲਕ ਦਾ ਸਿਮਰਨ ਕਰਾਂਗੇ ਤੇ ਮਨ ਨੇ ਧੋਤਾ ਜਾਣਾ, ਤੇ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਧੋਤਾ ਜਾਣਾ। ਮਨ ਤਨ ਧੋਵੇ ਸ਼ਬਦ ਵਿਚਾਰੀ। ਫਿਰ ਜਿਹੜੀ ਬਚੀ ਕੁਚੀ ਮਾੜੀ ਮੋਟੀ ਮੈਲ ਰਹਿ ਜਾਂਦੀ ਹੈ ਉਹ ਫਿਰ ਸਾਡੇ ਅੰਦਰ ਨਾਮ ਹੈ, ਜਿਹਨੂੰ ਸੁਣਨ ਦੇ ਨਾਲ ਫਿਰ ਸਾਡੇ ਮਨ ਦੀ ਸਾਰੀ ਮੈਲ ਲੈਂਦੀ। ਹੁਣ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਹੁਣ ਤੀਰਥ 'ਤੇ ਨਹਾਉਣ ਜਾਣਾ ਹੈ ਤੇ ਸਤਿਗੁਰੂ ਕਹਿੰਦੇ ਤੀਰਥ ਨਾਮ ਹੈ ਤੁਹਾਡੇ ਅੰਦਰ। ਮਾਰੇ ਫਰਮਾਉਂਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਵੀ ਸਾਡੇ ਅੰਦਰ ਹੀ ਤੀਰਥ ਹੈ ਨਾਮ, ਜਿਹਨੂੰ ਸੁਣ ਕੇ ਸਾਡੇ ਮਨ ਦੀ ਮੈਲ ਉਤਰ ਜਾਂਦੀ ਸਾਰੀ। ਹੁਣ ਉਹ ਨਾਮ ਨੂੰ ਅਸੀਂ ਕਿਵੇਂ ਸੁਣੀਏ, ਕਿਵੇਂ ਉਹ ਤੀਰਥ ਤੱਕ ਅਸੀਂ ਪਹੁੰਚੀਏ, ਉਹਦੇ ਵਾਸਤੇ ਫਿਰ ਯਾਤਰਾ ਹੈ ਤੀਰਥ ਲਈ। ਜਿਵੇਂ ਆਪਾਂ ਤੀਰਥ ਯਾਤਰਾ 'ਤੇ ਜਾਂਦੇ, ਹੁਣ ਉਹਦੇ ਵਾਸਤੇ ਆਪਾਂ ਸਾਧਨ ਅਪਣਾਉਂਦੇ, ਵੀ ਕੋਈ ਸਾਧਨ ਲੈਂਦਾ, ਕੋਈ ਸਾਧਨ ਲੈਂਦਾ, ਤੀਰਥ 'ਤੇ ਜਾਂਦਾ। ਹੁਣ ਸਤਿਗੁਰੂ ਕਹਿੰਦੇ ਵੀ ਤੀਰਥ ਨਾਮ ਹੈ ਸਾਡੇ ਅੰਦਰ ਹੈ, ਅਤੇ ਉਹ ਤੀਰਥ ਤੱਕ ਪਹੁੰਚਣ ਵਾਸਤੇ ਇਹ ਸਿਮਰਨ ਸਾਧਨ ਹੈ। ਵੀ ਅਸੀਂ ਸਿਮਰਨ ਅਭਿਆਸ ਕਰਦੇ ਕਰਦੇ ਉਹ ਤੀਰਥ ਤੱਕ ਪਹੁੰਚਣਾ ਜਿਹੜਾ ਸਾਡੇ ਅੰਦਰ ਨਾਮ ਹੈ। ਅਤੇ ਉਹ ਹੁਣ ਜਦੋਂ ਆਪਾਂ ਇਹ ਸਿਮਰਨ ਕੀਤੀ ਜਾਂਦੇ ਹਾਂ, ਕਰੀ ਜਾਂਦੇ ਹਾਂ, ਲਗਾਤਾਰ ਕਰੀ ਜਾਂਦੇ, ਕਰਦੇ ਕਰਦੇ ਅਸੀਂ ਸਹਿਜ ਵਿੱਚ ਆ ਜਾਂਦੇ ਹਾਂ, ਆਪਣੇ ਅੰਤਰਮੁਖੀ ਹੋ ਜਾਂਦੇ। ਜਦੋਂ ਅੰਤਰਮੁਖੀ ਹੁੰਦੇ ਹਾਂ ਅਤੇ ਸਾਡੇ ਅੰਦਰ ਮਾਲਕ ਬੋਲ ਰਹੇ ਆ, ਪਰਮਾਤਮਾ ਦੀ ਆਵਾਜ਼ ਚੱਲ ਰਹੀ ਆਪਣੇ ਅੰਦਰ। ਫਿਰ ਆਪਾਂ ਉਹ ਸ਼ਬਦ ਨੂੰ ਸੁਣਨਾ, ਨਾਮ ਨੂੰ ਸੁਣਨਾ। ਅਤੇ ਜਦੋਂ ਅਸੀਂ ਉਹ ਨਾਮ ਨੂੰ ਸੁਣਾਂਗੇ, ਨਾਮ ਨੂੰ ਰਸਾਂ ਦੀ ਖਾਣ ਆਖੀ, ਉਹਦੇ ਵਿੱਚੋਂ ਸਾਡੇ ਮਨ ਦੀ ਜਿਹੜੀ ਖੁਰਾਕ ਹੈ ਅੰਮ੍ਰਿਤ ਜਲ, ਅੰਮ੍ਰਿਤ ਰਸ, ਉਹ ਆਉਂਦਾ ਹੈ। ਅਤੇ ਜਦੋਂ ਆਪਣੇ ਅੰਦਰ ਨਾਮ ਪ੍ਰਗਟ ਹੋ ਗਿਆ, ਅੰਮ੍ਰਿਤ ਆਉਣ ਲੱਗ ਗਿਆ,
ਉਹਨੂੰ ਗੁਰਬਾਣੀ ਗੁਰੂ ਵਿੱਚ ਅੰਮ੍ਰਿਤਸਰ ਤੀਰਥ ਦਾ ਨਾਮ ਦਿੱਤਾ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਆਪਣੇ ਮਨ ਦੀ ਸਾਰੀ ਮੈਲ ਹੈ ਜਿਹੜੀ ਉਹ ਮੈਲ ਲੈ ਜਾਂਦੀ। ਮਾਰੇ ਫਰਮਾਉਂਦੇ ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਵੀ ਜਿਹੜੇ ਸਾਡੇ ਮਨ ਦੀ ਮੈਲ ਸੀ ਉਹ ਮੈਲ ਜਾਂਦੀ ਲੱਗੀ ਕਦੋਂ? ਜਦੋਂ ਅੰਮ੍ਰਿਤਸਰ ਦੇ ਵਿੱਚ ਮਨ ਨੇ ਇਸ਼ਨਾਨ ਕਰ ਲਿਆ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਿਨ੍ਹਾਂ ਨੇ ਇਸ਼ਨਾਨ ਕੀਤਾ ਉਹ ਆਪ ਤਾਂ ਤਰਦੇ ਹੀ ਨਹੀਂ, ਨਾਲ ਉਹ ਆਪਦੀ ਕੌਲ ਦਾ ਵੀ ਉਧਾਰ ਕਰ ਲੈਂਦੇ। ਇਸ ਲਈ ਫਿਰ ਸਮਝਾਉਂਦੇ ਵੀ ਤੀਰਥ ਜਿਹੜਾ ਉਹ ਨਾਮ ਹੈ, ਤੇ ਜਦੋਂ ਆਪਾਂ ਫਿਰ ਇਹ ਸਤ ਸੰਗਤ ਕਰਦੇ ਹਾਂ, ਇਹ ਸਤ ਸੰਗਤ ਨੂੰ ਵੀ ਤੀਰਥ ਦਾ ਨਾਮ ਦਿੱਤਾ ਜਿੱਥੇ ਐਸੇ ਗੁਰਮੁਖ ਹੁੰਦੇ ਜਿਹੜੇ ਨਾਮ ਦੇ ਨਾਲ ਆਪ ਜੁੜੇ ਹੁੰਦੇ ਨੇ, ਉਹਨੂੰ ਫਿਰ ਸਤ ਸੰਗਤ ਦਾ ਨਾਮ ਦਿੱਤਾ। ਜਿੱਥੇ ਸੱਚ ਤੇ ਨਾਮ ਦੀ ਮਹਿਮਾ ਹੁੰਦੀ, ਜਿੱਥੇ ਆਪਣੇ ਘਰ ਦਾ ਭੇਦ ਦਿੱਤਾ ਜਾਂਦਾ, ਉਹਨੂੰ ਸਤ ਸੰਗਤ ਕਹਿੰਦੇ। ਮਾਰੇ ਫਰਮਾਉਂਦੇ ਸਤ ਸੰਗਤ ਕੈਸੀ ਜਾਣੀਏ, ਜਿਸੇ ਇੱਕੋ ਨਾਮ ਵਖਾਣੀਏ। ਵੀ ਜਿਸੇ ਨਾਮ ਦਾ ਵਿਗਿਆਨ ਹੁੰਦਾ ਉਹਨੂੰ ਸਤ ਸੰਗਤ ਸਮਝੋ। ਤੇ ਜਦੋਂ ਫਿਰ ਆਪਾਂ ਸਤ ਸੰਗਤ ਕਰਦੇ ਹਾਂ, ਇਹਨੂੰ ਵੀ ਫਿਰ ਤੀਰਥ ਦਾ ਨਾਮ ਦਿੱਤਾ, ਜਿਸ ਨੂੰ ਮਾਰੇ ਫਰਮਾਉਂਦੇ ਨੇ ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੇ ਸੋ ਕੁੱਲ ਤਰਾਵੇ ਆਧਾਰ ਹੋਈ ਹੈ ਜੀਕਰ। ਵੀ ਜਿਹੜੇ ਪਰਮਾਤਮਾ ਦੇ ਦਾਸ ਨੇ ਉਹ ਜਿੱਥੇ ਮਾਲਕ ਦੀ ਉਸਤਤ ਕਰਦੇ ਉਹਨੂੰ ਤੀਰਥ, ਉਹਨੂੰ ਸਤਿਸਰ ਸਰੋਵਰ ਦਾ ਨਾਮ ਦਿੱਤਾ। ਜਿਹੜੇ ਉਹ ਸਰੋਵਰ ਦੇ ਵਿੱਚ ਆਉਂਦੇ ਉਹ ਆਪ ਵੀ ਤਰ ਜਾਂਦੇ ਤੇ ਆਪਣੀ ਕੌਮ ਦਾ ਵੀ ਉਧਾਰ ਕਰ ਲੈਂਦੇ। ਇਸ ਵਾਸਤੇ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਹੈ ਸਾਡੇ ਮਨ ਵਾਸਤੇ ਤੀਰਥ, ਵੀ ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਡੇ ਮਨ ਨੇ ਤਰਨਾ, ਸਾਡੇ ਮਨ ਨੂੰ ਮੁਕਤੀ ਮਿਲਣੀ, ਇਹਨੂੰ ਅਮਰ ਪਦਵੀ ਮਿਲਣੀ। ਤੇ ਉਹਦੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਡੇ ਮਨ ਨੂੰ ਨਾਲ ਨਾਲ ਫਿਰ ਗਿਆਨ ਦਿੱਤਾ ਜਾਂਦਾ, ਸੋਝੀ ਦਿੱਤੀ ਜਾਂਦੀ, ਤਾਂ ਕਿ ਸਾਨੂੰ ਪਤਾ ਲੱਗਦਾ ਜਾਵੇ ਵੀ ਐਸਾ ਕਿਹੜੇ ਕਰਮ ਨੇ ਵੀ ਜਿਹੜੇ ਕਰਕੇ ਸਾਡੇ ਮਨ ਦੇ ਉੱਤੇ ਮੈਲ ਚੜ੍ਹਦੀ ਪਾਪਾਂ ਦੀ, ਤੇ ਐਸਾ ਕਿਹੜਾ ਕਰਮ ਹੈ ਜਿਹੜਾ ਕਰਕੇ ਸਾਡਾ ਮੁੱਖ ਉਜਲ ਹੁੰਦਾ, ਸਾਨੂੰ ਸ਼ਾਬਾਸ਼ ਮਿਲਦੀ, ਸਾਨੂੰ ਦਰਗਾਹ 'ਚ ਥਾਂ ਮਿਲਦੀ ਹੈ। ਉਹ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਪਾਪਾਂ ਦੀ ਮੈਲ ਤਾਂ ਸਾਡੇ 'ਤੇ ਲੱਗਦੀ ਜਦੋਂ ਅਸੀਂ ਆਪਦੀ ਮੱਤ ਵਰਤਦੇ ਹਾਂ, ਜਦੋਂ ਅਸੀਂ ਵੈਰ ਵਿਰੋਧ ਕਰਦੇ ਹਾਂ, ਈਰਖਾ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਲੜਾਈਆਂ ਝਗੜੇ ਕਰਦੇ ਹਾਂ, ਅਸੀਂ ਫਿੱਕੇ ਬੋਲ ਬੋਲਦੇ ਹਾਂ। ਇਹ ਸਾਰੇ ਪਾਪ ਨੇ। ਜਿਵੇਂ ਸੰਸਾਰ ਦੇ ਵਿੱਚ ਤਾਂ ਜੀਵ ਹੋਰ ਕਿਸੇ ਨੂੰ ਪਾਪ ਕਹਿੰਦਾ ਜਦੋਂ ਆਪਦੀ ਮੱਤ ਦੁਆਰਾ ਚੱਲਦਾ, ਅਸਲ ਦੇ ਵਿੱਚ ਗੁਰਮਤਿ ਦੇ ਵਿੱਚ ਆਪਾਂ ਨੂੰ ਦੱਸਿਆ ਵੀ ਪਾਪ ਕੀ ਹੈ। ਜਦੋਂ ਅਸੀਂ ਹੁਕਮ ਤੋਂ ਆਕੀ ਹੋ ਜਾਂਦੇ, ਸਾਡਾ ਮਨ ਜਦੋਂ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ, ਹੁਕਮ ਤੋਂ ਆਕੀ ਹੋ ਜਾਂਦਾ, ਨਾਮ ਨੂੰ ਭੁੱਲ ਜਾਂਦਾ ਹੈ, ਫਿਰ ਇਹ ਆਪਦੀ ਮੱਤ ਦੁਆਰਾ ਜੋ ਵੀ ਕਰਦਾ ਹੈ ਇਹ ਪਾਪ ਹੀ ਕਰਦਾ ਹੈ, ਤੇ ਇਹ ਪਾਪਾਂ ਦੀ ਮੈਲ ਇਹਦੇ ਮਨ ਦੇ ਉੱਤੇ ਲੱਗਦੀ ਹੈ। ਤੇ ਇਸ ਲਈ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ, ਹੋਰ ਕਰਮ ਨੂੰ ਜ਼ਿਆਦਾ ਅਹਿਮੀਅਤ ਦੇ ਦਿੱਤੀ। ਨਾਮ ਤੋਂ ਬਿਨਾਂ ਫਿਰ ਮਨ ਨੂੰ ਚੋਰ ਸਮਝਿਆ ਜਾਂਦਾ। ਜਿਵੇਂ ਇੱਕ ਚੋਰ ਦੂਸਰੇ ਘਰ ਸੰਨ ਲਾਉਂਦਾ, ਉਹਦੇ ਕੁੱਟ ਪੈਂਦੀ, ਇਸੇ ਤਰ੍ਹਾਂ ਹੀ ਜਿਹੜੇ ਜੀਵ ਨਾਮ ਤੋਂ ਟੁੱਟੇ ਹੋਏ ਉਹਨਾਂ ਨੂੰ ਫਿਰ ਜਮਾਂ ਦੀ ਮਾਰ ਪੈਂਦੀ। ਮਾਰੇ ਫਰਮਾਉਂਦੇ ਜਿਨੀ ਨਾਮ ਵਿਸਾਰਿਆ ਬਹੁ ਕਰਮ ਕਮਾਵਣ ਹੋਰ, ਨਾਨਕ ਜਮ ਪਰ ਬੱਧੇ ਮਾਰੀਏ ਜਿਉਂ ਸੰਨੀ ਉੱਪਰ ਚੋਰ। ਹੁਣ ਮਾਰੇ ਫਿਰ ਸਮਝਾਉਂਦੇ ਵੀ ਇੱਕ ਤਾਂ ਜਦੋਂ ਅਸੀਂ ਹੁਕਮ ਤੋਂ ਆਕੀ ਹੋ ਗਏ, ਆਪਦੀ ਮੱਤ ਦੁਆਰਾ ਚੱਲੇ, ਵੈਰ ਵਿਰੋਧ ਈਰਖਾ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ, ਇਹ ਸਾਰੇ ਪਾਪ ਨੇ। ਕਿਸੇ ਨੂੰ ਹਿੱਕੇ ਬੋਲ ਬੋਲਣਾ ਇਹ ਪਾਪ ਹੈ।
ਤੇ ਇਹਨਾਂ ਪਾਪਾਂ ਦੀ ਮੈਲ ਸਾਡੇ ਮਨ ਦੇ ਉੱਤੇ ਲੱਗਦੀ, ਤੇ ਜਦੋਂ ਮਨ ਪਾਪ ਕਮਾਉਂਦਾ ਉਦੋਂ ਫਿਰ ਕਹਿੰਦੇ ਵੀ